ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫ਼ਤੇ ਤੋਂ ਸਿੱਖ ਸੰਸਕਾਰਾਂ ਦੀ ਗੱਲ ਉੱਤੇ ਵਿਚਾਰ ਚੱਲ ਰਹੀ ਹੈ ਅਤੇ ਇਹ ਵਿਚਾਰ ਦੇ ਵਿੱਚ ਜੋ ਮੁੱਖ ਪਾਤਰ ਨੇ ਭਾਈ ਸਾਹਿਬ ਜੀ ਭਾਈ ਅਵਤਾਰ ਸਿੰਘ ਜੀ ਅੱਜ ਵੀ ਸਿੱਖ ਚੈਨਲ ਸਟੂਡੀਓ ਵਿੱਚ ਹਾਜ਼ਰ ਨੇ। ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸੰਸਕਾਰਾਂ ਦੀ ਗੱਲ ਇਸ ਕਰਕੇ ਚੱਲੀ ਸੀ ਕਿ ਜਿਸ ਖਿੱਤੇ ਦੇ ਵਿੱਚ ਰਹਿੰਦੇ ਆ ਸੁਭਾਵਿਕ ਹੈ ਉਹਨਾਂ ਦੇ ਸੰਸਕਾਰ ਜਾਂ ਉਹਨਾਂ ਦੇ ਰਹਿਤ ਬਹਿਤ ਉਹ ਹੌਲੀ ਹੌਲੀ ਆਪਣੇ ਆਪ ਜੀਵਨ ਵਿੱਚ ਆ ਜਾਂਦੀ ਹੈ ਅਤੇ ਜੇ ਅਸੀਂ ਨਾ ਸਾਨੂੰ ਪਤਾ ਹੋਵੇ, ਜੇ ਅਸੀਂ ਚੇਤਨ ਨਾ ਹੋਈਏ ਤੇ ਉਹ ਨਾ ਜਾਣੇ ਵੀ ਅਸੀਂ ਉਸ ਰਸਤੇ 'ਤੇ ਪੈ ਜਾਂਦੇ ਹਾਂ। ਸਾਡੀਆਂ ਇੱਥੇ ਚੌਥੀ ਪੰਜਵੀਂ ਜਨਰੇਸ਼ਨ ਹੈ ਅਤੇ ਇਸੇ ਕਰਕੇ ਇਹ ਜੋ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਜਿਸ ਕਲਚਰ ਦੇ ਵਿੱਚੋਂ, ਜਿਸ ਸੁਸਾਇਟੀ ਵਿੱਚੋਂ ਅਸੀਂ ਆਏ ਹਾਂ, ਉਹਨਾਂ ਦਾ ਪ੍ਰਭਾਵ ਤਾਂ ਸਾਡੇ 'ਤੇ ਹੈ ਹੀ, ਸਾਰਿਆਂ ਨੇ ਦੇਖਿਆ ਹੀ, ਹੰਡਾਇਆ ਹੈ। ਪਰ ਹੁਣ ਜਿਹਨਾਂ ਮੁਲਕਾਂ ਵਿੱਚ ਰਹਿ ਰਹੇ ਹਾਂ, ਇੱਥੇ ਆਉਣ ਵਾਲੀਆਂ ਪੀੜ੍ਹੀਆਂ ਜਿਸ ਕਲਚਰ ਦੇ ਵਿੱਚ, ਜਿਸ ਸੱਭਿਆਚਾਰ ਦੇ ਵਿੱਚ ਜਿੱਥੇ ਰਹਿੰਦੇ ਨੇ, ਉਹ ਸਾਰਾ ਟਾਈਮ ਬਤੀਤ ਕਰਦੇ ਨੇ, ਉਹਦਾ ਰਹਿਣ ਬਹਿਣ, ਉਹਨਾਂ ਦੇ ਰਸਮੋ ਰਿਵਾਜ ਹੌਲੀ ਹੌਲੀ ਉਹ ਜੀਵਨ ਦੇ ਵਿੱਚ, ਸਾਡੇ ਚੱਲ ਰਹੇ ਜੀਵਨ ਦੇ ਵਿੱਚ ਆਪੇ ਪ੍ਰਵੇਸ਼ ਕਰ ਜਾਂਦੇ ਨੇ। ਅਤੇ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਕਿ ਗੁਰਮਤਿ ਅਨੁਸਾਰ ਸਿੱਖਾਂ ਦੇ ਸੰਸਕਾਰ ਕੀ ਨੇ, ਰਹਿਤ ਮਰਿਆਦਾ ਕੀ ਦੱਸਦੀ ਹੈ ਅਤੇ ਉਸ ਤੋਂ ਉਪਰੰਤ ਸਤਿਗੁਰੂ ਗੁਰਬਾਣੀ ਦੇ ਵਿੱਚ ਉਹਨਾਂ ਸੰਸਕਾਰਾਂ ਬਾਰੇ ਵੀ ਦੱਸ ਗਏ ਨੇ। ਗੁਰਬਾਣੀ ਦੀ ਰੋਸ਼ਨੀ ਦੇ ਵਿੱਚ, ਗੁਰਮਤਿ ਮਰਿਆਦਾ ਵਿੱਚ ਚੱਲਦਿਆਂ ਹੋਇਆਂ ਇਹ ਸੰਸਕਾਰ ਜੋ ਸਿੱਖਾਂ ਦੇ ਵਿੱਚ ਸਾਡੇ ਮੁੱਖ 4 ਸੰਸਕਾਰ ਨੇ, ਜਨਮ ਸੰਸਕਾਰ, ਅੰਮ੍ਰਿਤ, ਆਨੰਦ ਅਤੇ ਅੰਤਿਮ ਸੰਸਕਾਰ। ਅਤੇ ਇਹਨਾਂ ਦੇ ਉੱਤੇ ਜੇ ਅਸੀਂ ਆਪਣੇ ਜੀਵਨ ਕਾਲ ਵਿੱਚ ਵੱਲ ਨਜ਼ਰ ਮਾਰੀਏ ਤਾਂ ਪ੍ਰਭਾਵ ਇਹਨਾਂ ਦੇ ਉੱਤੇ ਪੈਣਾ ਹੋ ਗਿਆ ਇਸ ਪੱਛਮੀ ਸੱਭਿਆਚਾਰ ਦਾ। ਜਨਮ ਸੰਸਕਾਰ ਆਮ ਦੇਖਦੇ ਹਾਂ ਕਿੰਨੇ ਕੁ ਅਸੀਂ ਗੁਰੂ ਆਸ਼ੇ ਅਨੁਸਾਰ ਮਨਾਉਂਦੇ ਹਾਂ, ਪਾਰਟੀਆਂ ਤਾਂ ਹੋ ਜਾਂਦੀਆਂ ਨੇ। ਉਸ ਤੋਂ ਉਪਰੰਤ ਆਨੰਦ ਸੰਸਕਾਰ, ਉਹ ਵੀ ਅੱਜ ਕੱਲ੍ਹ ਰਜਿਸਟ੍ਰੇਸ਼ਨ ਹੋਣ ਲੱਗ ਪਈ ਹੈ। ਅੰਮ੍ਰਿਤ ਸੰਸਕਾਰ ਦੀ ਤਾਂ ਗੱਲ ਛੱਡ ਦਿਓ। ਭਾਵ ਜਿਸ ਸੁਸਾਇਟੀ ਦੇ ਵਿੱਚ ਰਹਿ ਰਹੇ ਉਹਦਾ ਅਸਰ ਕਬੂਲਣਾ ਇਹ ਸੁਭਾਵਿਕ ਜਿਹੀ ਗੱਲ ਬਣ ਜਾਂਦੀ ਹੈ। ਜੇ ਅਸੀਂ ਸੁਚੇਤ ਨਾ ਹੋਈਏ ਤਾਂ ਇਹ ਹੁਣ ਸਾਡਾ ਫਰਜ਼ ਬਣਦਾ ਹੈ। ਜੇ ਅਸੀਂ ਸੁਚੇਤ ਹਾਂ, ਸਾਨੂੰ ਪਤਾ ਹੈ, ਤਾਂ ਉਹ ਚੇਤਨਤਾ ਅਗਲੀ ਜਨਰੇਸ਼ਨ ਤੱਕ ਕਿੱਦਾਂ ਪਾਸ ਕਰਨੀ ਹੈ, ਇਹ ਸਾਡਾ ਫਰਜ਼ ਹੈ। ਇਸ ਫਰਜ਼ ਨੂੰ ਨਿਭਾਉਣ ਵਾਸਤੇ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿ ਜਿਹੜੇ ਸੰਸਕਾਰ ਨੇ ਉਹ ਗੁਰਬਾਣੀ ਦੇ ਆਧਾਰ 'ਤੇ ਗੁਰਮਤਿ ਮਰਿਆਦਾ ਅਨੁਸਾਰ ਕੀ ਨੇ, ਕਿੱਦਾਂ ਨਿਭਾਉਣੇ ਨੇ ਅਤੇ ਸਿੱਖ ਨੂੰ ਗੁਰੂ ਸਾਹਿਬ ਕੀ ਹਦਾਇਤ ਕਰਦੇ ਨੇ। ਪਹਿਲਾ ਸੰਸਕਾਰ ਜੋ ਸ਼ੁਰੂ ਕੀਤਾ ਹੈ ਪਿਛਲੇ ਹਫ਼ਤੇ ਤੋਂ, ਉਹ ਹੈ ਮ੍ਰਿਤਕ ਸੰਸਕਾਰ, ਅੰਤਮ ਸੰਸਕਾਰ ਕਹਿ ਲਓ, ਜਿਹੜਾ ਕਿ ਇਸ ਦੇਸ਼ ਵਿੱਚ ਰਹਿੰਦਿਆਂ ਹੋਇਆਂ ਮੌਤ ਸਾਰਿਆਂ 'ਤੇ ਆਉਣੀ ਹੈ। ਅਤੇ ਅੰਤਮ ਸੰਸਕਾਰ ਕਿਸ ਤਰ੍ਹਾਂ ਨਿਭਾਉਣਾ ਹੈ, ਗੁਰਮਤਿ ਮਰਿਆਦਾ ਅਨੁਸਾਰ ਕਿਸ ਤਰ੍ਹਾਂ ਕਰਨਾ ਹੈ, ਉਹ ਗੁਰਮਤਿ ਕੀ ਕਹਿੰਦੀ ਹੈ ਅਤੇ ਗੁਰਬਾਣੀ ਕੀ ਕਹਿੰਦੀ ਹੈ, ਉਹ ਭਾਈ ਸਾਹਿਬ ਜੀ ਪਿਛਲੇ ਪ੍ਰੋਗਰਾਮ ਤੋਂ ਸ਼ੁਰੂ ਕੀਤਾ ਸੀ। ਜਿਹੜਾ ਕਿ ਅਸੀਂ ਸੰਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਆ ਕੇ ਅਲਾਣੀਆਂ ਦਾ ਪਾਠ ਹੁੰਦਾ ਹੈ, ਸਹਿਜ ਪਾਠ ਦੇ ਭੋਗ ਪੈਣੇ, ਰਾਮਕਲੀ ਸਦ ਪੜ੍ਹੀ ਜਾਂਦੀ ਹੈ। ਪਰ ਕਿਉਂਕਿ ਇਹ ਹੌਲੀ ਹੌਲੀ ਇਹ ਵਿਸਰ ਜਾਣੀ ਹੈ, ਕਿਉਂਕਿ ਇਹ ਸਮਝਾਇਆ ਨਹੀਂ ਜਾਂਦਾ ਕਿਉਂ, ਇਹਦਾ ਮਤਲਬ ਕੀ ਹੈ। ਇਸ ਕਰਕੇ ਸਮਝਾਉਣ ਵਾਸਤੇ, ਤਾਂ ਕਿ ਸਾਡੇ ਆਪਣੇ ਮਾਪੇ
ਸਾਡੀ ਉਮਰ ਦੇ ਸਮਝਣ ਅਤੇ ਉਹ ਅਗਾਂਹ ਆਪਣੀ ਜਨਰੇਸ਼ਨ ਨੂੰ ਪਾਸ ਕਰਨ। ਇਹਦੇ ਵਾਸਤੇ ਵਿਚਾਰ ਸ਼ੁਰੂ ਕੀਤੀ ਸੀ ਭਾਈ ਸਾਹਿਬ ਜੀ ਨੇ ਰਾਮ ਕਲੀ ਸਦੀ, ਜਿਹੜੀ ਕਿ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਅੰਤਿਮ ਸਮੇਂ ਅਤੇ ਬਾਬਾ ਸੁੰਦਰ ਜੀ ਜਿਹੜੇ ਕਿ ਉੱਥੇ ਮੌਜੂਦ ਸਨ, ਉਹਨਾਂ ਨੇ ਜੋ ਉਸ ਵੇਲੇ ਦਾ ਵਾਤਾਵਰਨ, ਜੋ ਗੱਲਬਾਤ, ਜੋ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਦੇਸ਼ ਦਿੱਤਾ ਹੈ, ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਕਲੀ ਸਦ ਦੇ ਹੈਡਿੰਗ ਥੱਲੇ 2 ਸਫ਼ੇ ਦਾ 6 ਪਦਾਂ ਦਾ ਦਰਜ ਹੈ। ਅਤੇ ਉਹਦੀ ਵਿਚਾਰ ਭਾਈ ਸਾਹਿਬ ਜੀ ਨੇ ਪਿਛਲੇ ਹਫ਼ਤੇ 1 ਪਦ ਦੀ ਕੀਤੀ ਸੀ ਅਤੇ ਅੱਜ ਦੁਬਾਰਾ ਫਿਰ, ਕਿਉਂਕਿ ਸਰੋਤੇ ਨਵੇਂ ਜੁੜਦੇ ਨੇ, ਸੋ ਭਾਈ ਸਾਹਿਬ ਜੀ ਬਰੀਫਲੀ ਪਹਿਲੀ ਜਿਹੜੀ ਪੌੜੀ ਹੈ ਉਹਦੀ ਬਰੀਫਲੀ ਅਰਥ ਕਰਕੇ ਉਸ ਤੋਂ ਅਗਾਂਹ ਜਿਹੜੀ ਦੂਸਰੀ ਪੌੜੀ ਹੈ ਉਹਦੇ ਅੱਜ ਆਪਾਂ ਤੁਸੀਂ ਅਰਥ ਸੁਣਾਓ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ। ਜਿਹੜੀ ਗੱਲ ਤੁਸੀਂ ਕੀਤੀ ਨਾ ਵੀ ਸਾਡੇ ਆਸ-ਪਾਸ ਦਾ ਪ੍ਰਭਾਵ ਪੈਣਾ ਜਿਹੜਾ ਨੈਚੁਰਲ ਹੈ, ਸੁਭਾਵਿਕ ਹੈ ਜੀ। ਹਾਂਜੀ, ਜਿਹੜੇ ਅਸੀਂ ਪਿਛਲੇ ਸਿਆਣੀ ਉਮਰ ਦੇ ਲੋਕ ਹੈ, ਹਾਂਜੀ, ਉਹਨਾਂ ਤੇ ਪਿੱਛੇ ਦੇ ਬ੍ਰਾਹਮਣਵਾਦ ਦੇ ਜਿਹੜੇ ਸੰਸਕਾਰ ਸੀ, ਰਿਵਾਜ ਸੀ, ਰਸਮਾਂ ਸੀ, ਉਹਦਾ ਅਸਰ ਪੈ ਗਿਆ। ਗੁਰਦੁਆਰੇ ਦੇ ਵਿੱਚ ਜਾ ਕੇ ਸਾਰਾ ਕੁਝ ਕਰਦੇ ਵੀ ਰਹੇ, ਬਾਣੀ ਵੀ ਪੜ੍ਹਦੇ ਰਹੇ। ਤੁਸੀਂ ਠੀਕ ਆਖਿਆ ਹੈ ਵੀ ਸਮਝਾਇਆ ਨਹੀਂ ਕਿ ਇਹਦੇ ਵਿੱਚ ਸੁਨੇਹਾ ਕੀ ਹੈ। ਸਤਿਗੁਰੂ ਨੇ ਦਰਅਸਲ ਸਾਡੇ ਵਾਸਤੇ ਕੀ ਹਦਾਇਤ ਕੀਤੀ ਹੈ। ਉਹ ਇੱਕ ਕਰਮਕਾਂਡ ਦੇ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਗਏ, ਭਾਈ ਸਾਹਿਬ ਨੇ ਪੜ੍ਹ ਦਿੱਤਾ ਤੇ ਹੋ ਗਿਆ ਵੀ ਹਾਂਜੀ ਰਾਮਕਲੀ ਰਾਗ ਦੇ ਵਿੱਚ ਆਨੰਦ ਸਾਹਿਬ ਤੋਂ ਬਾਅਦ ਆਈ ਬਾਣੀ ਜਿਹੜੀ ਸਾਦੀਆਂ 6 ਪੌੜੀਆਂ ਉਹ ਵੀ ਪੜ੍ਹਨੀਆਂ। ਤੇ ਜਿਹੜੀ ਨਵੀਂ ਜਨਰੇਸ਼ਨ ਹੈ ਉਹਦੇ ਉੱਤੇ ਇੱਥੋਂ ਦੀ ਜਿਹੜੀ ਸੁਸਾਇਟੀ ਹੈ ਜਾਂ ਇੱਥੇ ਦਾ ਜਿਹੜੇ ਰਸਮੋ ਰਿਵਾਜ ਆ ਉਹਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਜੀ। ਤੇ ਮਹਾਰਾਜ ਨੇ ਸਿੱਖ ਨੂੰ ਨਿਆਰਾ ਪੈਦਾ ਕੀਤਾ ਹੈ। ਸਿੱਖ ਨੂੰ ਗੁਰੂ ਸਾਹਿਬ ਨੇ ਭੀੜ ਦਾ ਹਿੱਸਾ ਬਣਨ ਵਾਸਤੇ ਨਹੀਂ ਪੈਦਾ ਕੀਤਾ। ਪਾਤਸ਼ਾਹ ਚਾਹੁੰਦੇ ਨੇ ਕਿ ਜਿਹੜਾ ਉਹਦਾ ਸਿੱਖ ਹੈ, ਸਿੱਖ ਦਾ ਮਤਲਬ ਸਿਰਫ ਮੇਲ ਨਹੀਂ, ਫੀਮੇਲ ਵੀ, ਜਿੰਨੇ ਵੀ ਸਿੱਖ ਵੀਰ ਬੀਬੀਆਂ, ਮਰਦ ਜਾਂ ਔਰਤਾਂ ਨੇ, ਉਸ ਪੂਰੇ ਸੰਸਾਰ ਦੇ ਵਿੱਚ ਨਿਆਰੇ ਰਹਿਣੇ ਚਾਹੀਦੇ ਨੇ। ਉਹਨਾਂ ਦਾ ਜੀਵਨ ਵੀ ਨਿਆਰਾ ਹੋਣਾ ਚਾਹੀਦਾ ਔਰ ਉਹਨਾਂ ਦਾ ਆਜ਼ਾਦ ਜਿਹੜੀ ਉਹਨਾਂ ਦਾ ਜੀਵਨ ਜਾਚ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ। ਔਰ ਉਹ ਕਾਇਮ ਰਹਿਣ ਦੇ ਲਈ ਉਸ ਜਿਹੜੀ ਜੀਵਨ ਜਾਚ ਹੈ ਉਹਦਾ ਜਿਹੜਾ ਆਧਾਰ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਹੈ ਜੀ। ਤੇ ਜਦੋਂ ਅਸੀਂ ਦੇਖਾ ਦੇਖੀ ਦੂਸਰਿਆਂ ਦੀਆਂ ਗੱਲਾਂ ਕਰਦੇ ਹਾਂ ਜਿਹਦੇ ਵਿੱਚੋਂ ਮਹਾਰਾਜ ਨੇ ਸਾਨੂੰ ਕੱਢਣ ਦਾ ਕੋਈ ਯਤਨ ਕੀਤਾ ਹੈ, ਮਹਾਰਾਜ ਨੇ ਜਿਹਨਾਂ ਗੱਲਾਂ ਤੋਂ ਸਾਨੂੰ ਰੋਕਿਆ ਕਰਨ ਵਾਸਤੇ, ਜਦੋਂ ਅਸੀਂ ਦੇਖਾ ਦੇਖੀ ਉਹੀ ਗੱਲਾਂ ਕਰਦੇ ਹਾਂ ਤੇ ਫਿਰ ਭਾਵੇਂ ਮੱਥਾ ਜਿੰਨਾ ਮਰਜ਼ੀ ਟੇਕੀ ਜਾਈਏ, ਮੈਨੂੰ ਖਿਮਾ ਕਰਿਓ ਸ਼ਬਦ ਸਖਤ ਹੈ, ਸਤਿਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਾਂਗੇ। ਸਿੱਖ ਦੇ ਜੀਵਨ ਦਾ ਤਾਂ ਆਧਾਰ ਹੀ ਗੁਰੂ ਦੀ ਬਖਸ਼ਿਸ਼ ਹੈ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਾਰਾ ਕੁਝ ਹੁੰਦੇ ਹੋਏ ਵੀ, 3 ਲੋਕ ਦੇ ਮਾਲਕ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਕਹਿੰਦੇ ਨੇ ਔਰ ਉਹਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸ ਕਰਦੇ ਨੇ। ਬੇਸ਼ੱਕ ਉਹ ਆਪ ਨਿਰੰਕਾਰ ਹੈ, ਆਪ ਨਾਰਾਇਣ ਕਲਾ ਧਾਰ ਜਗ ਮੇਂ ਪ੍ਰਭੂ। ਜਿਹੜੀ ਗੱਲ ਤੁਸੀਂ ਆਖੀ ਕਿ ਸਤਿਗੁਰੂ ਨੇ ਸਿੱਖ ਨੂੰ ਨਿਆਰਾਪਣ, ਹਾਂਜੀ, ਵੱਖਰਾਪਣ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇ ਦਿਓ ਮੈਂ ਸਾਰਾ। ਪਰ ਅਸੀਂ ਉਹ ਕੀ ਭੇਡ ਚਾਲ ਫੜੀ ਹੋਈ ਹੈ ਬਿਨਾਂ ਸੋਚੇ ਸਮਝੇ। ਗੱਲ ਤੁਹਾਡੀ ਬੜੀ ਠੀਕ ਹੈ, ਕਿਉਂਕਿ ਸਾਨੂੰ ਸਮਝ ਨਹੀਂ। ਅਸੀਂ ਉਹ ਜਿਹੜੀ ਰੀਤ ਬਣੀ ਹੋਈ ਨਾ, ਉਹ ਉੱਥੇ ਜਾਣਾ ਜੀ ਗੁਰਦੁਆਰੇ, ਆ ਹੋਣਾ ਸਿਰਫ ਉਹਨੂੰ ਰਸਮ ਬਣਾ ਲਿਆ। ਹਾਂਜੀ, ਸਾਡਾ ਜਿਹੜਾ ਜੀਵਨ ਜਾਚ ਜਿਹੜੀ ਗੁਰੂ ਨੇ ਸਾਨੂੰ ਦਿੱਤੀ ਹੈ ਉਹ ਰਸਮ ਨਹੀਂ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਆਨੰਦ ਕਾਰਜ ਦੀ ਰਸਮ ਅਦਾ ਹੋ ਗਈ, ਅੱਜ ਆਹ ਰਸਮ ਅਦਾ ਹੋ ਗਈ। ਦਰਅਸਲ ਉਹ ਰਸਮ ਨਹੀਂ ਹੈ, ਉਹ ਸੰਸਕਾਰ ਹੈ, ਉਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਗੁਰੂ ਸਾਹਿਬ ਨੇ ਵਿਆਹ ਦਾ ਜਿਹੜਾ ਵਿਆਹ ਦੀ ਰਸਮ ਸੀ ਜਿਹੜੀ, ਉਹਨੂੰ ਆਨੰਦ ਕਾਰਜ ਦੇ ਵਿੱਚ ਤਬਦੀਲ ਕੀਤਾ। ਇੱਕ ਐਸਾ ਕਾਰਜ ਜਿਹਦੇ ਵਿੱਚ ਸਿਰਫ ਆਨੰਦ ਹੀ ਆਨੰਦ ਹੈ। ਠੀਕ ਹੈ, ਜਦੋਂ ਦੀ ਗੱਲ ਕਰਾਂਗੇ ਉਦੋਂ ਹੋਰ ਡਿਟੇਲ 'ਚ ਕਰਾਂਗੇ। ਜਦੋਂ ਮੌਤ ਦੀ ਗੱਲ ਕੀਤੀ ਆ, ਉਹ ਘਟਨਾ ਜਿਹ ਤੋਂ ਸਾਰਾ ਸੰਸਾਰ ਡਰਦਾ ਹੈ, ਜਿਹ ਤੋਂ ਹਰ ਇੱਕ ਨੂੰ ਡਰ ਲੱਗਦਾ। ਡਰ ਸ਼ਾਇਦ ਇਸ ਕਰਕੇ ਲੱਗਦਾ ਹੈ ਕਿਉਂਕਿ ਕਿਸੇ ਨੇ ਆ ਕੇ ਦੱਸਿਆ ਨਹੀਂ, ਕਿਸੇ ਨੂੰ ਨਹੀਂ ਪਤਾ ਮਰਨ ਸਮੇਂ ਮਨੁੱਖ ਦੇ ਨਾਲ ਕੀ ਹੋਣਾ ਹੁੰਦਾ ਹੈ। ਇਹ ਤਾਂ ਹੈ, ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨ ਚੱਲੀ ਜਿੰਦੂ ਕੋ ਸਮਝਾਏ, ਜਿੰਦ ਬਹੁਟੀ ਮਰਨ ਵਰ ਲੈ ਜਾਸੀ ਪਰਣਾਏ। ਇਹ ਸਾਨੂੰ ਪਤਾ ਹੈ ਔਰ ਇਸੇ ਕਰਕੇ ਸ਼ਾਇਦ ਅਸੀਂ ਡਰਦੇ ਹਾਂ, ਇਹ ਤੋਂ ਬਹੁਤ ਡਰ ਲੱਗਦਾ। ਪਰ ਸਤਿਗੁਰੂ ਨੇ ਇਹਨੂੰ ਡਰਨ ਵਾਲੀ ਚੀਜ਼ ਨਹੀਂ ਦੱਸਿਆ, ਬਲਕਿ ਇਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਇੱਕ ਹੁਕਮ ਹੈ, ਉਹਦਾ ਜਿਹੜਾ ਭਾਣਾ ਹੈ, ਉਹਦੇ ਮੁਤਾਬਕ ਹੀ ਇੱਕ ਜ਼ਿੰਦਗੀ ਦਾ ਪੜਾਅ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਸੱਤ ਦੇ ਵਿੱਚ
ਬਾਬਾ ਸੁੰਦਰ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਪੜਪੋਤੇ ਨੇ। ਬਾਬਾ ਸੁੰਦਰ ਜੀ ਦਾ ਪੁੱਤਰ ਹੈ ਮੋਹਰੀ ਜੀ, ਮੋਹਰੀ ਜੀ ਦਾ ਪੁੱਤਰ ਹੈ ਬਾਬਾ ਆਨੰਦ ਜੀ, ਬਾਬਾ ਆਨੰਦ ਜੀ ਦਾ ਪੁੱਤਰ ਹੈ ਬਾਬਾ ਸੁੰਦਰ ਜੀ। ਉਹਨਾਂ ਨੇ ਉਸ ਵੇਲੇ ਜੋ ਕੁਝ ਦੇਖਿਆ ਉਹਨੂੰ ਕਲਮਬੰਦ ਕੀਤਾ, ਉਹਨੂੰ ਪੋਇਟਰੀ ਦੇ ਵਿੱਚ ਲਿਖਿਆ ਤੇ ਗੁਰੂ ਅਰਜਨ ਸਾਹਿਬ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨਾ 923 ਤੇ 924 ਅੰਕ ਦੇ ਉੱਤੇ ਇਹਨੂੰ ਰਾਮਕਲੀ ਰਾਗ ਦੇ ਵਿੱਚ ਦਰਜ ਕੀਤਾ। ਜਦੋਂ ਪਹਿਲੀ ਪੌੜੀ ਦੇ ਵਿੱਚ ਵਾਰ-ਵਾਰ ਗੁਰੂ ਸਾਹਿਬ ਨੇ ਕਿਹਾ, ਜਦੋਂ ਜਗਦਾਤਾ ਸੋਈ ਭਗਤ ਬਛਲਤੈ ਲੋਈ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੇ ਕੋਈ ਜੀਓ। ਉਹ ਜਿਹੜਾ ਸੰਸਾਰ ਨੂੰ ਦਾਤਾਂ ਦੇਣ ਵਾਲਾ ਵਾਹਿਗੁਰੂ ਪਰਮਾਤਮਾ, ਭਗਤਾਂ ਨੂੰ ਪਿਆਰ ਕਰਨ ਵਾਲਾ ਹੈ, ਸਿਰਫ ਇੱਕ ਵਾਹਿਗੁਰੂ ਪਰਮਾਤਮਾ ਹੀ ਆ ਜਿਹੜਾ ਸਾਰਿਆਂ ਨੂੰ ਦਾਤਾ ਦਿੰਦਾ ਤੇ ਉਹ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ। ਤੇ ਗੁਰੂ ਦੇ ਸ਼ਬਦ ਰਾਹੀਂ ਗੁਰੂ ਅਮਰਦਾਸ ਜੀ ਉਹਦੇ ਵਿੱਚ ਪੂਰਨ ਤੌਰ ਤੇ ਸਮਾਏ ਰਹੇ ਤੇ ਉਸ ਅਕਾਲ ਪੁਰਖ ਤੋਂ ਬਗੈਰ, ਪ੍ਰਭੂ ਤੋਂ ਬਗੈਰ ਹੋਰ ਕਿਸੇ ਦੇ ਵਿੱਚ ਥੋੜਾ ਜਿੰਨਾ ਵੀ ਵਿਸ਼ਵਾਸ ਨਹੀਂ ਕੀਤਾ। ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵੈ। ਗੁਰੂ ਦੇ ਸ਼ਬਦ ਤੋਂ ਬਗੈਰ ਹੋਰ ਕਿਸੇ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਲੈਂਦਾ ਤੇ ਉਹਦੇ ਰਾਹੀਂ ਹੀ ਗੁਰੂ ਨੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਚੇਤੇ ਰੱਖਿਆ। ਪ੍ਰਸਾਦ ਅੰਗਦ, ਪ੍ਰਸਾਦ ਨਾਨਕ ਗੁਰ ਅੰਗਦ ਪਰਮ ਪਦਵੀ ਪਾਵੈ। ਨਾਨਕ ਤੇ ਗੁਰੂ ਅੰਗਦ ਦੇਵ ਜੀ ਦੀ ਬਖਸ਼ਿਸ਼ ਦੇ ਨਾਲ ਉਹਨਾਂ ਨੂੰ ਗੁਰੂ ਦੇ ਸ਼ਬਦ ਰਾਹੀਂ ਇਹ ਉੱਚੀ ਆਤਮਿਕ ਅਵਸਥਾ ਜਿਹੜੀ ਹੈ ਉਹ ਪ੍ਰਾਪਤ ਹੋਈ। ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਦੋਂ ਫਿਰ ਸੱਦਾ ਆਇਆ ਇਹ ਸੰਸਾਰ ਤੋਂ ਚਲੇ ਜਾਣ ਦਾ ਸਰੀਰਕ ਤੌਰ ਤੇ, ਹਰ ਰਾਮ ਨਾਮ ਸਮਾਇਆ। ਤੇ ਉਸ ਗੁਰੂ ਅਮਰਦਾਸ ਜੀ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਪੂਰਨ ਤੌਰ ਤੇ ਸਮਾਏ ਹੋਏ ਸਨ, ਉਹਨਾਂ ਨੂੰ ਵੀ ਸਰੀਰਕ ਤੌਰ ਤੇ ਇਸ ਸੰਸਾਰ ਤੋਂ ਜਾਣ ਵਾਸਤੇ ਜਦੋਂ ਸੱਦਾ ਆਇਆ, ਫਿਰ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਸੰਸਾਰ ਦੇ ਵਿੱਚ ਉਹ ਅਮਰ ਰਹਿਣ ਵਾਲਾ, ਮੌਤ ਰਹਿਤ, ਅਟਲ ਜਿਹੜਾ ਡੋਲਦਾ ਨਹੀਂ, ਅਤੋਲ ਜਿਹੜਾ ਤੋਲਿਆ ਨਹੀਂ ਜਾ ਸਕਦਾ, ਠਾਕੁਰ ਪ੍ਰਮਾਤਮਾ ਭਗਤ, ਭਗਤੀ ਰਾਹੀਂ ਉਹ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਸੀ ਗੁਰੂ ਅਮਰਦਾਸ ਜੀ ਨੇ ਕੀਤੀ। ਇਹਦਾ ਸੰਖੇਪ ਦੇ ਵਿੱਚ ਭਾਵ ਇਹ ਹੈ ਕਿ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮਾਤਮਾ ਨੂੰ ਜਿਹੜਾ ਸੰਸਾਰ ਦੀ ਪਾਲਣਾ ਕਰਨ ਵਾਲਾ ਤੇ ਭਗਤਾਂ ਨੂੰ ਪਿਆਰ ਕਰਨ ਵਾਲਾ, ਉਹਦੇ ਨਾਲ ਗੁਰੂ ਦੇ ਸ਼ਬਦ ਰਾਹੀਂ ਪੂਰਨ ਤੌਰ ਤੇ ਸਮਾਏ ਰਹੇ, ਸਮਾਏ ਹੋਏ ਸਨ। ਤੇ ਸਮਾਏ ਹੋਇਆਂ ਨੂੰ ਜਦੋਂ ਇਸ ਸੰਸਾਰ ਤੋਂ ਚੱਲਣ ਦਾ ਸੱਦਾ ਆਇਆ ਤੇ ਉਸ ਵੇਲੇ ਉਹ ਜਦੋਂ ਜਾਣ ਦੀ ਤਿਆਰੀ ਹੋਈ ਹੈ, ਉਸ ਵੇਲੇ ਵੀ ਉਹ ਪੂਰਨ ਤੌਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋਏ ਹੋਇਆ ਹੈ। ਡਾਕਟਰ ਸਾਹਿਬ, ਇੱਕ ਸਿਧਾਂਤਕ ਤੌਰ ਤੇ ਗੱਲ ਕਰ ਲੈਣੀ ਚਾਹੀਦੀ ਹੈ। ਨਾਨਕ ਦੀ ਜੋਤ ਹੈ ਜਿਹੜੀ, ਉਹਦੀ ਮੌਤ ਨਹੀਂ ਹੁੰਦੀ। ਸਰੀਰ ਜਿਹੜਾ ਪੰਜ ਭੌਤਿਕ ਹੈ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ ਜਿਹੜਾ, ਉਹ ਜਿਵੇਂ ਜਨਮ ਲੈਂਦਾ ਹੈ, ਉਵੇਂ ਜਿਵੇਂ ਵੱਡਾ ਹੁੰਦਾ, ਉਸ ਤੋਂ ਬਾਅਦ ਉਹ ਸਰੀਰ ਜਿਹੜਾ ਹੈ ਉਹਦਾ ਅੰਤ ਹੋਣਾ ਹੁੰਦਾ ਹੈ। ਕਿਤੇ ਵੀ 10 ਗੁਰੂ ਸਾਹਿਬਾਂ ਦੇ ਵਿੱਚ 9 ਜਗ੍ਹਾ 10 ਹੀ ਆਏ, 10 ਐਸੇ ਸਥਾਨ ਆਏ ਜਦੋਂ ਇੱਕ ਗੁਰੂ ਹਸਤੀ ਤੋਂ ਉਸ ਗੁਰੂ ਨਾਨਕ ਦੀ ਜੋਤ ਨੂੰ ਦੂਸਰੀ ਹਸਤੀ ਦੇ ਵਿੱਚ ਪ੍ਰਗਟ ਕਰਨਾ ਸੀ ਤੇ ਹਰ ਗੁਰੂ ਸਾਹਿਬ ਨੇ ਸਰੀਰ ਛੱਡਣ ਤੋਂ ਪਹਿਲਾਂ ਆਪਣੇ ਤੋਂ ਅਗਲੀ ਜਿਹੜੀ ਗੁਰੂ ਹਸਤੀ ਹੈ ਉਹਨੂੰ ਥਾਪ ਦਿੱਤਾ ਸੀ। ਜੋ ਤੋਹਾ ਜੁਗ ਸਾਇ ਸਹਿ ਖਾਇਆ ਫਿਰ ਪਲਟੀ। ਮਤਲਬ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਮੱਥਾ ਟੇਕ ਦਿੱਤਾ ਸੀ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕ ਦਿੱਤਾ ਸੀ ਤੇ ਗੁਰੂ ਅਮਰਦਾਸ ਜੀ ਨੇ ਜਿਹੜਾ ਇਸੇ ਬਾਣੀ ਦੇ ਵਿੱਚ ਸਾਧ ਦੇ ਵਿੱਚ ਹੀ ਇਹਦਾ ਜ਼ਿਕਰ ਆਏਗਾ ਇਤਿਹਾਸਕ ਪਾਕੇ ਦਾ, ਉਦੋਂ ਦੀ ਗੱਲ ਕਰਾਂਗੇ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਗੁਰੂ ਨਾਨਕ ਦੀ ਜੋਤ ਦੇ ਵਾਰਿਸ ਹੁੰਦਿਆਂ ਹੋਇਆਂ ਕਿਸੇ ਵੀ ਗੁਰੂ ਹਸਤੀ ਨੇ ਸਰੀਰ ਨਹੀਂ ਤਿਆਗਿਆ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਖਰੀ ਸਰੀਰ ਦੇ ਵਿੱਚ ਗੁਰੂ ਹਸਤੀ ਹੋਏ ਨੇ। 1708 ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਇਹ ਹੁਕਮ ਕਰ ਦਿੱਤਾ, ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਬਦ ਰੂਪ ਦੀ ਗੁਰਗੱਦੀ ਦੇ ਕੇ ਜੋਤੀ ਜੋਤ ਸਮਾਏ। ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ, ਕਿਤੇ ਇਹ ਨਾ ਸਮਝਿਓ ਕਿ ਗੁਰੂ ਦੀ ਮੌਤ ਹੁੰਦੀ ਹੈ। ਗੁਰੂ ਦੀ ਮੌਤ ਨਹੀਂ ਹੁੰਦੀ। ਗੁਰੂ ਨਾਨਕ ਦੀ ਜੋਤ ਹੈ ਤੇ ਨਾਨਕ ਦੀ ਜੋਤ ਇੱਕ ਸਰੀਰ ਤੋਂ ਦੂਸਰੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਉਹਨੂੰ ਗੁਰ ਹਸਤੀ ਬਣਾ ਦਿੱਤਾ ਜਾਂਦਾ ਜਦੋਂ ਉਹ ਜੋਤੀ ਜੋਤ ਸਮਾਉਂਦੇ ਨੇ। ਜੋ ਇਹ ਵਰਤਾਂਤ ਸਭ ਕੋ ਆਪਣੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ ਤੇ ਇੱਥੇ ਬਾਬਾ ਸੁੰਦਰ ਜੀ ਨੇ ਅੰਕਿਤ ਕੀਤਾ, ਇਹ ਸਾਨੂੰ ਸਮਝਾਉਣ ਵਾਸਤੇ ਉਹਨਾਂ ਨੇ ਅੰਕਿਤ ਕੀਤਾ। ਇਹ ਨਹੀਂ ਵੀ ਗੁਰੂ ਨੇ ਉਹਨਾਂ ਦੀ ਗੁਰੂ ਨੇ ਮਰ ਜਾਣਾ ਜਾਂ ਗੁਰੂ ਨੂੰ ਪਰਲੋਕ ਸਿਧਾਰ ਜਾਣਾ, ਨਹੀਂ। ਗੁਰ ਪਰਮੇਸ਼ਰ ਇੱਕੋ ਜਾਣ, ਉਹ ਤਾਂ ਆਪ ਪਰਮੇਸ਼ਰ ਹੈ। ਉਹ ਜੋਤ ਰੂਪ ਦੇ ਵਿੱਚ ਸਰੀਰ ਹੈ ਜਿਹੜਾ, ਸਰੀਰ ਦੇ ਵਿੱਚ ਇਹ ਵੀ ਗੱਲ ਸਪਸ਼ਟ ਹੈ ਵੀ ਜੋ ਸਰੀਰ ਪੈਦਾ ਹੋਇਆ
ਉਹਨੇ ਆਪਣੀ ਉਮਰ ਭੋਗ ਕੇ ਇਸ ਸੰਸਾਰ ਤੋਂ ਚਲੇ ਜਾਣਾ ਹੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਭ ਤੋਂ ਵੱਡੀ ਉਮਰ ਦੇ ਸਰੀਰਕ ਤੌਰ ਤੇ ਉਮਰ ਭੋਗ ਕੇ ਉਹ ਉਹਨਾਂ ਨੇ ਇਸ ਸੰਸਾਰ ਤੋਂ ਚਲਾਣਾ ਕੀਤਾ। ਅੱਗੇ ਜਿਹੜੀ ਗੱਲ ਹੈ, ਹਾਂਜੀ, ਹੁਣ ਆਇਆ ਹਕਾਰਾ ਚੱਲਣ ਵਾਲਾ ਹਰ ਰਾਮ ਨਾਮ ਸਮਾਇਆ। ਹਰੀ ਦੇ ਨਾਮ ਦੇ ਵਿੱਚ ਪੂਰਨ ਤੌਰ ਤੇ ਸਮਾਏ ਹੋਏ ਨੂੰ ਜਦੋਂ ਸੱਦਾ ਆਇਆ ਨਾ ਇਸ ਸੰਸਾਰ ਤੋਂ ਚੱਲਣ ਵਾਸਤੇ, ਫਿਰ ਹਰ ਭਾਣਾ ਗੁਰ ਭਾਇਆ, ਗੁਰ ਜਾਵੈ ਹਰ ਪ੍ਰਪਾਸ ਜੀਓ। ਉਹ ਵਾਹਿਗੁਰੂ ਦੀ ਰਜ਼ਾ ਜਿਹੜੀ ਸੀ ਨਾ, ਉਹ ਗੁਰੂ ਨੂੰ ਚੰਗੀ ਲੱਗੀ। ਹੁਣ ਕਿਉਂਕਿ ਜਿਹੜਾ ਗੁਰੂ ਹੈ, ਉਹ ਗੁਰੂ ਅਮਰਦਾਸ ਜੀ ਨੇ ਜਿਹੜੇ, ਉਹ ਪ੍ਰਮਾਤਮਾ ਦੇ ਪਾਸ ਹਰ ਪ੍ਰਪਾਸ ਜਾਣ ਵਾਸਤੇ ਤਿਆਰ ਨੇ। ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਬੇਸ਼ੱਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਉਸ ਅਕਾਲ ਪੁਰਖ ਦੇ ਵਿੱਚ ਕੋਈ ਭੇਦ ਨਹੀਂ ਹੈ। ਅਕਾਲ ਪੁਰਖ ਤੇ ਗੁਰੂ ਅਮਰਦਾਸ ਜੀ ਇੱਕ ਹੀ ਹਸਤੀ ਹੈ। ਉਸ ਦੇ ਬਾਵਜੂਦ ਵੀ ਉਹਦੇ ਵਿੱਚ ਪੂਰਨ ਤੌਰ ਤੇ ਲੀਨ ਰਹਿ ਕੇ, ਉਹਦਾ ਹੀ ਰੂਪ ਹੋ ਕੇ ਵੀ ਫਿਰ ਵੀ ਅਰਦਾਸ ਕਰਦੇ ਨੇ, ਸਤਿਗੁਰ ਕਰੇ ਹਰ ਪੈ ਬੇਨਤੀ। ਸਤਿਗੁਰੂ ਉਸ ਵੇਲੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ, ਮੇਰੀ ਪੈਜ ਰੱਖੋ ਅਰਦਾਸ ਜੀ। ਮੇਰੀ ਇਹ ਅਰਦਾਸ ਹੈ, ਇਹ ਅਕਾਲ ਪੁਰਖ ਜੀ ਮੇਰੀ ਇੱਜ਼ਤ ਰੱਖ ਲਿਓ, ਮੇਰੀ ਪੈਜ ਰੱਖਿਓ। ਇਸ ਸੰਸਾਰ ਤੋਂ ਚੱਲਣ ਸਮੇਂ ਮੇਰੇ ਨਾਲ ਮੇਰੇ ਸਹਾਈ ਹੋਇਓ। ਬੇਸ਼ੱਕ ਉਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਇਹ ਸਾਡੇ ਵਾਸਤੇ ਸੁਨੇਹਾ ਹੈ ਕਿ ਅਸੀਂ ਜਦੋਂ ਇਹੋ ਜਿਹਾ ਸਮਾਂ ਆਉਂਦਾ ਹੈ, ਉਸ ਵੇਲੇ ਕੀ ਕਰਨਾ ਹੈ। ਪੈਜ ਰੱਖੋ ਹਰ ਜਨੇ ਕੇਰੀ, ਹਰ ਦੇਹ ਨਾਮ ਨਿਰੰਜਨੋ। ਪੈਜ ਰੱਖੋ ਹਰ ਜਨੇ ਕੇਰੀ। ਜਨੇ ਇੱਥੇ ਬਹੁਤ ਵਚਨ ਹੈ। ਉਹ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਜਨ ਹੈ, ਜਿਹੜੇ ਸੇਵਕ ਹੈ, ਜਿਹੜੇ ਵਾਹਿਗੁਰੂ ਪਰਮਾਤਮਾ ਦੇ ਦਾਸ ਹੈ, ਗੁਰੂ ਅਮਰਦਾਸ ਜੀ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ, ਤੁਸੀਂ ਇਹਨਾਂ ਦੀ ਇੱਜ਼ਤ ਰੱਖੋ। ਹੇ ਵਾਹਿਗੁਰੂ ਜੀ, ਹੇ ਅਕਾਲ ਪੁਰਖ ਜੀ, ਜਿਹੜਾ ਵੀ ਤੇਰਾ ਜਨ ਬਣਦਾ ਹੈ, ਜ਼ਰੂਰੀ ਨਹੀਂ ਸਿਰਫ ਸਿੱਖੀ, ਜਿਹੜਾ ਵੀ ਤੇਰੀ ਸ਼ਰਨ ਦੇ ਵਿੱਚ ਆਉਂਦਾ ਹੈ, ਤੁਸੀਂ ਉਹਦੀ ਪੱਤ ਰੱਖੋ, ਉਹਦਾ ਪਰਦਾ ਕੱਜੋ। ਸੱਚੇ ਪਾਤਸ਼ਾਹ ਹਰ ਦਿਓ ਨਾਮ ਨਿਰੰਜਨੋ। ਆਪ ਜੀ ਕਿਰਪਾ ਕਰਕੇ ਉਹ ਜਿਹੜਾ ਨਿਰੰਜਨ ਨਾਮ ਹੈ, ਨਿਰੰਜਨ ਦੇ ਲਫ਼ਜ਼ੀ ਅਰਥ ਹੈ, ਅੰਜਨ ਹੁੰਦਾ ਸੁਰਮਾ ਜੀ, ਸੁਰਮੇ ਦਾ ਮਤਲਬ ਹੈ ਕਾਲਖ ਤੋਂ ਰਹਿਤ। ਨਿਰੰਜਨ ਹੈ ਜਿਹੜਾ ਕਾਲਖ ਤੋਂ ਰਹਿਤ ਹੈ ਜੀ। ਕਾਲਖ ਤੋਂ ਰਹਿਤ ਇਹ ਨਹੀਂ ਵੀ ਜਿਹੜਾ ਅੱਖਾਂ ਵਿੱਚ ਸੁਰਮਾ ਨਹੀਂ ਪਾਉਂਦਾ, ਜਿਹਦੇ ਵਿਕਾਰਾਂ ਦੀ ਮੈਲ ਨਹੀਂ ਜਿਹਨੂੰ ਲੱਗਦੀ, ਵਿਕਾਰਾਂ ਦੀ ਮੈਲ ਦੀ ਜਿਹੜੀ ਕਾਲਖ ਹੈ ਉਹ ਨਹੀਂ ਲੱਗਦੀ, ਉਹ ਵਾਹਿਗੁਰੂ ਜੀ ਤੁਸੀਂ ਕਿਰਪਾ ਕਰਕੇ ਉਹ ਨਾਮ ਦਿਓ ਇਹਨਾਂ ਭਗਤਾਂ ਲੋਕਾਂ ਨੂੰ, ਇਹਨਾਂ ਜਨਾਂ ਨੂੰ, ਇਹਨਾਂ ਦਾਸਾਂ ਨੂੰ, ਇਹਨਾਂ ਸੇਵਕਾਂ ਨੂੰ, ਇਹਨਾਂ ਸਿੱਖਾਂ ਨੂੰ, ਉਹ ਨਾਮ ਦਿਓ ਜਿਹਦੇ ਲਾਗੇ ਵਿਕਾਰਾਂ ਦੀ ਮੈਲ ਨਹੀਂ ਆਉਂਦੀ। ਉਸ ਵੇਲੇ ਗੁਰੂ ਅਮਰਦਾਸ ਜੀ ਇਹ ਅਰਦਾਸ ਕਰਦੇ। ਸਤਿਗੁਰ ਕੀ ਬੇਨਤੀ ਪਾਈ, ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋਂ ਜੀ। ਅੰਤ ਚਲਦਿਆਂ, ਅਖੀਰ ਤੇ ਇਸ ਸੰਸਾਰ ਤੋਂ ਚੱਲਦੇ ਹੋਏ, ਹੇ ਵਾਹਿਗੁਰੂ ਜੀ ਤੁਸੀਂ ਸਾਥੀ ਬਣਿਓ, ਤੁਸੀਂ ਇਹਨਾਂ ਦੀ ਸਹਾਇਤਾ ਕਰਿਓ, ਤੁਸੀਂ ਇਹਨਾਂ ਦੇ ਮਿੱਤਰ ਬਣਿਓ, ਬੇਲੀ ਮਿੱਤਰ ਬਣਿਓ। ਜਮਦੂਤ ਕਾਲ ਨਿਖੰਜਨੋਂ। ਨਿਖੰਜਨੋਂ ਹੁੰਦਾ ਹੈ ਨਾਸ ਕਰਨ ਵਾਲਾ। ਜਮਦੂਤਾਂ ਦਾ ਡਰ ਤੇ ਮੌਤ ਦਾ ਜਿਹੜਾ ਡਰ ਆ, ਉਹਨੂੰ ਨਾਸ ਕਰਿਓ ਤੁਸੀਂ। ਇਹਨਾਂ ਨੂੰ ਜਮਦੂਤਾਂ ਦੇ ਵੱਸ ਨਾ ਪਾਇਓ। ਉਹ ਜਿਹੜਾ ਚੱਕਰ ਹੈ, ਆਵਾਗਾਉਣ ਦਾ ਜਿਹੜਾ ਚੱਕਰ ਹੈ, ਉਸ ਚੋਂ ਇਹਨੂੰ ਤੁਸੀਂ ਬਾਹਰ ਕੱਢਿਓ। ਆਪਣੇ ਦਾਸਾਂ ਨੂੰ ਤੇ ਇਹਨਾਂ ਦੀ ਜਿਹੜੀ ਪੈਜ ਹੈ ਉਹ ਤੁਸੀਂ ਰੱਖਿਓ। ਇਹ ਗੁਰੂ ਅਮਰਦਾਸ ਜੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਨੇ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਪਾਈ ਦਾ ਅਰਥ ਹੈ ਕੀਤੀ ਹੋਈ। ਜਿਹੜੀ ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਹਰ ਪ੍ਰਭ ਸੁਣੀ ਅਰਦਾਸ ਜੀਓ। ਉਸ ਵਾਹਿਗੁਰੂ ਪ੍ਰਮਾਤਮਾ ਨੇ ਗੁਰੂ ਅਮਰਦਾਸ ਦੀ ਜਿਹੜੀ ਅਰਦਾਸ ਸੀ, ਉਹ ਫਿਰ ਨੇੜੇ ਹੋ ਕੇ ਸੁਣੀ। ਜਿਹੜੀ ਉਹਨਾਂ ਨੇ ਅਰਦਾਸ ਕੀਤੀ ਆਪਣੇ ਦਾਸਾਂ ਦੇ ਲਈ, ਆਪਣੇ ਸੇਵਕਾਂ ਦੇ ਲਈ, ਆਪਣੇ ਜਨਾਂ ਦੇ ਲਈ, ਵੀ ਉਹ ਜਿਹੜੇ ਤੇਰੇ ਜਨ ਆ ਨਾ ਸੱਚੇ ਪਾਤਸ਼ਾਹ, ਉਹਨਾਂ ਦੀ ਪੈਜ ਰੱਖਿਓ ਤੁਸੀਂ। ਉਹਨਾਂ ਨੂੰ ਪੈਜ ਇਸ ਤਰ੍ਹਾਂ ਰੱਖਿਓ ਕਿ ਉਹ ਜਿਹੜਾ ਵਿਕਾਰਾਂ ਦੀ ਮੈਲ ਤੋਂ ਰਹਿਤ ਨਾਮ ਹੈ ਤੇਰਾ, ਉਹਦੀ ਦਾਤ ਦਿਓ। ਉਹ ਇਸ ਕਰਕੇ ਜਿਹੜਾ ਪਹਿਲੀ ਪੌੜੀ ਵਿੱਚ ਬਾਬਾ ਸੁੰਦਰ ਜੀ ਨੇ ਜ਼ਿਕਰ ਕੀਤਾ ਨਾ, ਵੀ ਉਹ ਗੁਰੂ ਅਮਰਦਾਸ ਜੀ ਨੇ ਗੁਰੂ ਦੇ ਸ਼ਬਦ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੰਨੀ ਨੇੜਤਾ ਪਾ ਲਈ ਕਿ ਉਹ ਅਕਾਲ ਪੁਰਖ ਤੋਂ ਬਗੈਰ ਹੋਰ ਕਿਸੇ ਦੇ ਵਿੱਚ ਕੋਈ ਧਿਆਨ ਨਹੀਂ ਦਿੰਦੇ ਸੀ। ਹੁਣ ਇੱਥੇ ਗੁਰੂ ਅਮਰਦਾਸ ਜੀ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਇਹ ਵਾਹਿਗੁਰੂ ਜੀ ਜਿਹੜੇ ਤੇਰੇ ਦਾਸ ਨੇ, ਉਹਨਾਂ ਦੀ ਪੈਜ ਰੱਖਿਓ ਤੇ ਉਹਨਾਂ ਨੂੰ ਵੀ ਉਹ ਜਿਹੜਾ ਨਾਮ ਹੈ ਵਿਕਾਰਾਂ ਦੀ ਮੈਲ ਤੋਂ ਰਹਿਤ, ਉਹਦੀ ਦਾਤ ਉਹਨਾਂ ਦੀ ਝੋਲੀ ਵਿੱਚ ਪਾਇਓ।
ਤੇ ਇਹ ਅਕਾਲ ਪੁਰਖ ਨੇ ਉਹਨਾਂ ਦੀ ਜਿਹੜੀ ਅਰਦਾਸ ਹੈ ਉਹ ਸੁਣੀ। ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧੰਨ ਧੰਨ ਕਹੇ ਸ਼ਾਬਾਸ਼ ਜੀਓ। ਫਿਰ ਉਸ ਵਾਹਿਗੁਰੂ ਪਰਮਾਤਮਾ ਨੇ ਗੁਰੂ ਅਮਰਦਾਸ ਜੀ ਦੇ ਉੱਤੇ ਕਿਰਪਾ ਕਰਕੇ ਉਹਨਾਂ ਨੂੰ ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ ਦਾ ਮੇਲ ਕਰਾਇਆ। ਉਹ ਗੁਰੂ ਦੇ ਸ਼ਬਦ ਦਾ ਮਿਲਾਪ ਕਰਾਇਆ। ਜਦੋਂ ਉਹਨਾਂ ਨੇ ਸਤਿਗੁਰੂ ਦੇ ਰਾਹੀਂ, ਉਸ ਮਿਲਾਪ ਦੇ ਰਾਹੀਂ, ਸ਼ਬਦ ਰਾਹੀਂ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿੱਚ ਪੂਰਨ ਤੌਰ ਤੇ ਲੀਨ ਹੋ ਗਏ, ਫਿਰ ਧੰਨ ਧੰਨ ਕਹੇ ਸ਼ਾਬਾਸ਼ ਜੀਓ। ਫਿਰ ਅਕਾਲ ਪੁਰਖ ਗੁਰੂ ਅਮਰਦਾਸ ਜੀ ਨੂੰ ਕਹਿੰਦਾ ਹੈ, ਗੁਰੂ ਅਮਰਦਾਸ ਤੂੰ ਧੰਨ ਹੈ, ਤੂੰ ਧੰਨ ਹੈ, ਸ਼ਾਬਾਸ਼ ਤੇਰੇ, ਤੂੰ ਪ੍ਰਵਾਨ ਹੋਇਆ, ਤੂੰ ਆਪਣੇ ਜੀਵਨ ਦੇ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਵਿੱਚ ਪੂਰਨ ਤੌਰ ਤੇ ਲੀਨ ਹੋਇਆ ਰਿਹਾ। ਲੀਨ ਕਿਵੇਂ ਹੋਇਆ? ਗੁਰੂ ਦੇ ਸ਼ਬਦ ਰਾਹੀਂ। ਤੇ ਹੋਇਆ ਕਿਵੇਂ? ਗੁਰੂ ਨਾਨਕ, ਗੁਰੂ ਅਮਰਦਾਸ, ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੇ ਨਾਲ ਉਹ ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ ਦੇ ਵਿੱਚ ਲੀਨ ਹੋਇਆ। ਫਿਰ ਅੰਤ ਸਮੇਂ ਅਕਾਲ ਪੁਰਖ ਵਾਹਿਗੁਰੂ ਆਖਦਾ ਹੈ, ਅਮਰਦਾਸ ਤੂੰ ਧੰਨ ਹੈ, ਤੂੰ ਧੰਨ ਹੈ, ਤੇਰੇ ਸ਼ਾਬਾਸ਼ ਕਿ ਤੂੰ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਪੂਰਨ ਤੌਰ ਤੇ ਲੀਨ ਹੋਇਆ ਰਿਹਾ। ਇਹ ਦੂਸਰੀ ਪੌੜੀ ਹੈ। ਸੋ ਦੂਸਰੀ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਭ ਕੁਝ ਆਪ ਕਰਨ ਕਾਰਨ ਸਮਰੱਥ, ਉਸ ਵਾਹਿਗੁਰੂ ਦਾ ਆਪ ਰੂਪ। ਪਰ ਸਾਡੇ ਵਾਸਤੇ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਤੇਰੇ ਜਿਹੜੇ ਜਨ ਨੇ, ਇਹ ਸਤਿਗੁਰੂ ਆਪਣੇ ਜਨਾਂ ਨੂੰ ਵੀ ਜਿਹੜੇ ਤੇਰੇ ਲੜ ਲੱਗਦੇ ਨੇ, ਜਿਹੜੇ ਤੇਰੇ ਲੜ ਲੱਗ ਗਏ ਨੇ, ਇਹ ਗੁਰੂ ਦਾ ਬਿਰਦ ਹੈ ਕਿ ਜਿਹੜਾ ਵੀ ਲੜ ਲੱਗ ਜਾਵੇ ਉਹਦੀ ਲਾਜ ਉਹ ਆਪ ਰੱਖਦੇ ਨੇ। ਉਹਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਜਿਹੜੇ ਤੇਰੇ ਲੜ ਲੱਗ ਗਏ ਨੇ ਉਹਨਾਂ ਦਾ ਵੀ ਅੰਤ ਦਾ ਜਿਹੜਾ ਵੇਲਾ ਉਹ ਤੂੰ ਆਪ ਸਿਖਾਈ ਹੋਣਾ। ਤੇ ਇਹ ਹਾਂਜੀ ਇਹ ਦੂਸਰੀ ਪੌੜੀ ਸੀ ਜੀ। ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹੈ ਮੇਰੇ ਸਿੱਖੋ, ਸੁਣੋ, ਪੁੱਤਰੋ, ਭਾਈਓ, ਹਾਂਜੀ ਮਿੱਤਰੋ, ਮੇਰੇ ਹਰ ਭਾਣਾ, ਮੇਰੇ ਪਰਮਾਤਮਾ ਨੂੰ, ਮੇਰੇ ਹਰੀ ਨੂੰ ਮੈਂ ਚੰਗਾ ਲੱਗਾ। ਹੁਣ ਤੁਸੀਂ ਆਓ ਮੈਂ ਪਾਸ ਜੀਓ, ਮੈਂ ਮੇਰੇ ਕੋਲ ਆਓ, ਮੈਂ ਤੁਹਾਨੂੰ ਅਗਲੀ ਗੱਲ ਦੱਸਾਂ, ਸਮਝਾਵਾਂ ਸਾਰੀ। ਹਰ ਭਾਣਾ ਗੁਰ ਭਾਇਆ, ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ। ਗੁਰੂ ਅਮਰਦਾਸ ਜੀ ਫਿਰ ਆਪਣੇ ਸਿੱਖਾਂ ਨੂੰ, ਆਪਣੇ ਮਿੱਤਰਾਂ ਨੂੰ, ਆਪਣੇ ਪਰਿਵਾਰ ਨੂੰ ਸਾਰਿਆਂ ਨੂੰ ਬਿਠਾ ਕੇ ਸੱਦਦੇ ਨੇ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਮੈਨੂੰ ਵਾਹਿਗੁਰੂ ਪਰਮਾਤਮਾ ਦਾ ਭਾਣਾ ਚੰਗਾ ਲੱਗਾ ਕਿਉਂਕਿ ਉਹਨੇ ਮੈਨੂੰ ਆਖਿਆ ਮੇਰੇ ਕੋਲ ਆਓ ਤੁਸੀਂ। ਫਿਰ ਹਰ ਭਾਣਾ ਗੁਰ ਪਾਇਆ, ਉਸ ਵਾਹਿਗੁਰੂ ਦਾ ਜਿਹੜਾ ਭਾਣਾ ਸੀ, ਹੁਕਮ ਸੀ, ਉਹ ਗੁਰੂ ਨੂੰ ਮਿੱਠਾ ਲੱਗਾ ਹੈ। ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ। ਉਹ ਆਪਣੇ ਕੋਲ ਬੈਠਿਆਂ ਨੂੰ ਦੱਸਦੇ ਨੇ ਕਿ ਕਿਉਂਕਿ ਮੈਨੂੰ ਹਰੀ ਦਾ ਭਾਣਾ ਚੰਗਾ ਲੱਗਾ, ਇਸ ਕਰਕੇ ਉਹ ਜਿਹੜਾ ਵਾਹਿਗੁਰੂ ਹੈ ਉਹ ਹੁਣ ਕਰੇ ਦਾ ਅਰਥ ਕਹਿੰਦਾ ਹੈ, ਹੁਣ ਵਾਹਿਗੁਰੂ ਜਿਹੜਾ ਉਹ ਮੇਰੇ ਜੀਵਨ ਨੂੰ ਸ਼ਾਬਾਸ਼ ਕਹਿ ਰਿਹਾ, ਮਤਲਬ ਮੇਰਾ ਜਿਹੜਾ ਜੀਵਨ ਹੈ ਉਹ ਪ੍ਰਵਾਨ ਹੋ ਗਿਆ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ। ਹੁਣ ਤੁਸੀਂ ਵੀ ਇਹ ਗੱਲ ਧਿਆਨ ਨਾਲ ਸੁਣੋ, ਮੈਂ ਉਸ ਵਾਹਿਗੁਰੂ ਦਾ ਭਾਣਾ ਮੰਨਿਆ, ਇਸ ਕਰਕੇ ਵਾਹਿਗੁਰੂ ਨੂੰ ਮੈਂ ਚੰਗਾ ਲੱਗਾ। ਤੁਸੀਂ ਵੀ ਧਿਆਨ ਨਾਲ ਸੁਣੋ। ਭਗਤ ਸਤਿਗੁਰ ਪੁਰਖ ਸੋਈ, ਉਹੀ ਪੁਰਖ ਹੈ, ਪੁਰਖ ਦੇ ਖੱਖੇ ਨੂੰ ਔਂਕੜ ਹੈ, ਸਿੰਗੂਲਰ ਹੈ, ਉਹੀ ਸਤਿਗੁਰ ਹੈ, ਉਹੀ ਭਗਤ ਹੈ, ਉਹੀ ਸਿੱਖ ਹੈ ਜਿਹੜਾ ਹਰ ਪ੍ਰਭ ਭਾਣਾ ਭਾਵ ਹੈ, ਜਿਸ ਨੂੰ ਉਸ ਵਾਹਿਗੁਰੂ ਦਾ ਜਿਹੜਾ ਭਾਣਾ ਹੈ ਉਹ ਚੰਗਾ ਲੱਗਦਾ ਹੈ। ਅਸੀਂ ਬਹੁਤ ਵਾਰ ਆਪਣੀ ਸਮਝ ਦੇ ਮੁਤਾਬਕ, ਕਿਉਂਕਿ ਸਾਡੀ ਜਿਹੜੀ ਸਮਝ ਸੀਮਤ ਹੈ, ਤੇ ਉਹ ਜਿਹੜੀ ਸਾਡੀ ਸੀਮਤ ਸਮਝ ਹੈ ਉਹਨੂੰ ਅਸੀਂ ਸਵੀਕਾਰ ਕਰਨ ਨੂੰ ਤਿਆਰ ਨਹੀਂ। ਇਹੀ ਸੱਚ ਹੈ ਜੀ। ਜਦੋਂ ਕਿਤੇ ਇਕੱਲੇ ਬੈਠਦੇ ਹਾਂ, ਜਦੋਂ ਆਪਣੇ ਅੰਦਰ ਝਾਤੀ ਮਾਰ ਕੇ ਵੇਖਦੇ ਹਾਂ, ਆਪਾ ਪੜਚੋਲਣ ਦੀ ਗੱਲ ਕਰਦੇ ਹਾਂ, ਉਸ ਵੇਲੇ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ, ਜਦੋਂ ਅਸੀਂ ਇਮਾਨਦਾਰੀ ਨਾਲ ਸੋਚਦੇ ਹਾਂ ਵੀ ਜਿਹੜੀ ਸਾਡੀ ਸੋਚ ਹੈ, ਸਾਡੀ ਜਿਹੜੀ ਸਮਝ ਹੈ ਉਹ ਬਹੁਤ ਸੀਮਤ ਹੈ, ਸਾਨੂੰ ਸਾਰਾ ਕੁਝ ਨਹੀਂ ਪਤਾ। ਪਰ ਬਾਅਦ ਵਿੱਚ ਫਿਰ ਅਸੀਂ ਭੁੱਲ ਜਾਂਦੇ ਹਾਂ। ਜਦੋਂ ਦੁਨੀਆ ਦੇ ਵਿੱਚ ਵਿਚਰਦੇ ਹਾਂ, ਅਕਸਰ ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਭਈ ਇੱਥੇ ਕੀ ਗੱਲ ਕਰਨ ਦੀ ਲੋੜ ਹੈ, ਕੀ ਕਰਨਾ ਚਾਹੀਦਾ ਹੈ। ਤੇ ਇੱਥੇ ਗੁਰੂ ਸਾਹਿਬ ਨੇ ਨਾ ਵਾਰ-ਵਾਰ ਸਾਨੂੰ ਇਹ ਗੱਲ ਆਖੀ ਹੈ ਭਈ ਤੁਸੀਂ ਨਾ ਵਾਰ-ਵਾਰ ਇਹ ਗੱਲ ਧਿਆਨ 'ਚ ਰੱਖਣੀ ਹੈ ਭਈ ਅਸਲ ਦੇ ਵਿੱਚ ਉਹੀ ਭਗਤ ਹੈ, ਉਹੀ ਸਿੱਖ ਹੈ ਜਿਹਨੂੰ ਵਾਹਿਗੁਰੂ ਦਾ ਭਾਣਾ ਚੰਗਾ ਲੱਗਦਾ ਹੈ। ਅਕਸਰ
ਜਦੋਂ ਕਿਤੇ ਡਾਕਟਰ ਸਾਹਿਬ ਗੱਲ ਸੁਣਨ ਨੂੰ ਮਿਲਦੀ ਹੈ, ਆਪਾਂ ਆਪਸ ਵਿੱਚ ਗੱਲਾਂ ਕਰਦੇ ਹਾਂ ਦੁਨੀਆਦਾਰਾਂ ਦੀਆਂ, ਜਦੋਂ ਕੋਈ ਮੁਸ਼ਕਲ ਬਣ ਜਾਂਦੀ ਹੈ ਨਾ ਤਾਂ ਅਸੀਂ ਰੱਬ ਨੂੰ ਮਿਹਣੇ ਦੇਣ ਲੱਗ ਪੈਂਦੇ ਹਾਂ ਜੀ। ਪਤਾ ਨਹੀਂ ਰੱਬ ਦਾ ਸਾਡੇ ਨਾਲ ਕਿਉਂ ਬੈਰ ਹੈ। ਉਹ ਦੂਜਾ ਕੋਈ ਤੇ ਗੁਰਦੁਆਰੇ ਵੀ ਨਹੀਂ ਗਿਆ, ਉਹਨੂੰ ਸਾਰਾ ਕੁਝ ਦੇਈ ਜਾਂਦਾ ਹੈ ਤੇ ਸਾਰੀਆਂ ਮੁਸ਼ਕਲਾਂ ਸਾਨੂੰ ਸਾਡੇ ਕੋਲ ਭੇਜ ਦਿੱਤੀਆਂ, ਪਤਾ ਨਹੀਂ ਕੀ ਬੈਰ ਹੈ ਸਾਡਾ। ਨਾ, ਗੁਰੂ ਅਮਰਦਾਸ ਜੀ ਨੇ ਸਾਨੂੰ ਇਸ ਗੱਲ ਤੋਂ ਰੋਕਿਆ ਹੈ ਭਈ ਉਹੀ ਭਗਤ ਹੈ ਜਿਹੜਾ ਉਹਦਾ ਭਾਣਾ ਚੰਗਾ ਲੱਗਦਾ ਹੈ ਤੇ ਉਹਦੇ ਭਾਣੇ ਦੇ ਪਿੱਛੇ ਖੇਡ ਕਿਹੜੀ ਹੈ ਉਹ ਸਾਨੂੰ ਨਹੀਂ ਪਤਾ। ਜਾਂ ਗੁਰੂ ਜਾਣਦਾ ਹੈ ਤੇ ਜਾਂ ਅਕਾਲ ਪੁਰਖ ਜਾਣਦਾ ਹੈ। ਤੇ ਸਾਡੇ ਵਾਸਤੇ ਇਹ ਹੈ ਵੀ ਜੇ ਕਿਤੇ ਤੱਤਾ ਠੰਡਾ ਜ਼ਿੰਦਗੀ ਦੇ ਵਿੱਚ ਹੋ ਵੀ ਜਾਂਦਾ ਹੈ, ਕਿਤੇ ਨਫਾ ਨੁਕਸਾਨ ਹੋ ਜਾਂਦਾ, ਕੋਈ ਦੁੱਖ ਸੁੱਖ ਆ ਜਾਂਦਾ ਹੈ, ਤੇ ਉਹਨੂੰ ਸਾਰੇ ਨੂੰ ਹੀ ਉਹ ਵਾਹਿਗੁਰੂ ਦਾ ਭਾਣਾ ਸਮਝ ਕੇ ਉਹਨੂੰ ਮਿੱਠਾ ਕਰਕੇ ਮੰਨਣਾ। ਇਹ ਸਿੱਖ ਦੀ ਇੱਕ ਜ਼ਰੂਰਤ ਹੈ, ਸਿੱਖ ਹੋਣ ਦੀ ਇਹ ਇੱਕ ਸ਼ਰਤ ਹੈ। ਆਨੰਦ ਅਨਹਦ ਬਜੇ ਬਾਜੇ ਹਰ ਆਪ ਗਲ ਮਿਲਾਵੇ। ਆਨੰਦ ਅਨਹਦ ਹੁੰਦਾ ਲਗਾਤਾਰ, ਇਕਸਾਰ। ਆਨੰਦ ਉਹ ਨਹੀਂ ਹੁੰਦਾ, ਅਸੀਂ ਆਮ ਤੌਰ ਤੇ ਸ਼ਬਦ ਵਰਤਦੇ ਨਾ ਭਈ ਲਓ ਜੀ ਅੱਜ ਤਾਂ ਆਨੰਦ ਆ ਗਿਆ ਜੀ, ਕਾਹਨਾ ਆ ਗਿਆ, ਬੜੀ ਭੁੱਖ ਲੱਗੀ ਸੀ, ਬੜਾ ਸਵਾਦੀ ਖਾਣਾ ਖਾ ਲਿਆ, ਆਨੰਦ ਆ ਗਿਆ। ਉਹ ਜਿਹੜਾ ਆਨੰਦ ਹੈ ਉਹ ਭਗਤੀ ਤੌਰ ਤੇ ਸਾਨੂੰ ਖੁਸ਼ੀ ਤਾਂ ਦੇ ਸਕਦਾ ਹੈ, ਪਰ ਜਿਸ ਆਨੰਦ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਉਹ ਅਨਹਦ ਹੈ। ਅਨਹਦ ਜਿਹੜਾ ਹੈ ਲਗਾਤਾਰ, ਇਕਸਾਰ। ਜਦੋਂ ਆਨੰਦ ਆ ਜਾਂਦਾ ਨਾ ਫਿਰ ਉਹ ਆਨੰਦ ਖਤਮ ਨਹੀਂ ਹੁੰਦਾ। ਰੋਟੀ ਖਾਣ ਦਾ ਤਾਂ ਆਨੰਦ ਜਿਹੜਾ ਆਇਆ ਸੀ ਉਹ 3 ਘੰਟੇ ਬਾਅਦ ਫਿਰ ਭੁੱਖ ਲੱਗ ਜਾਣੀ ਹੈ, ਉਹ ਤਾਂ ਆਨੰਦ ਖਤਮ ਹੋ ਗਿਆ, ਫਿਰ ਅਸੀਂ ਉਹ ਕੁਝ ਕਰਨ ਲੱਗ ਪੈਣਾ। ਪਰ ਉਹ ਜਿਹੜਾ ਆਨੰਦ ਅਨਹਦ ਹੈ, ਲਗਾਤਾਰ ਹੈ, ਤੇ ਉਹ ਆਨੰਦ ਦੇ ਬਜੇ ਬਾਜੇ ਜਿਹੜੇ ਬਾਜੇ ਵੱਜਦੇ ਆ, ਜਿਹੜੇ ਖੁਸ਼ੀਆਂ ਹੁੰਦੀਆਂ, ਹਰ ਆਪ ਗਲ ਮਿਲਾਵੇ। ਤੇ ਫਿਰ ਜਿਹੜਾ ਉਹਦੇ ਭਾਣੇ ਵਿੱਚ ਰਹਿੰਦਾ ਨਾ, ਉਹਦੀ ਜ਼ਿੰਦਗੀ ਦੇ ਵਿੱਚ ਲਗਾਤਾਰ ਆਨੰਦ ਬਣਿਆ ਰਹਿੰਦਾ। ਤੇ ਸਤਿਗੁਰੂ ਦੀ ਕਿਰਪਾ ਦੇ ਰਾਹੀਂ ਉਹ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਉਹ ਫਿਰ ਆਪ ਉਸ ਜੀਵ ਦੇ ਗਲ ਆ ਕੇ ਮਿਲਦਾ ਹੈ, ਉਹਨੂੰ ਆਪਣੀ ਗਲ ਨਾਲ ਲਾਉਂਦਾ ਹੈ, ਉਹਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ, ਉਹਨੂੰ ਆਪਣਾ ਪਿਆਰ ਦਿੰਦਾ ਹੈ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ। ਤੁਸੀਂ ਮੇਰੇ ਪੁੱਤਰ ਭਰਾ ਪਰਿਵਾਰ ਸਿੱਖੋ ਸਾਰੇ ਜਣੇ, ਮਨ ਵੇਖੋ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ, ਆਪਣੇ ਮਨ ਦੇ ਵਿੱਚ ਨਿਰਜਾਸ ਨਿਰਣਾ ਕਰਦੇ ਰਹੇ ਨੂੰ ਸਿਹਾਰੀ ਹੈ ਕਰਕੇ। ਤੁਸੀਂ ਆਪਣੇ ਮਨ ਦੇ ਵਿੱਚ ਨਿਰਣਾ ਕਰਕੇ ਵੇਖੋ, ਹੇ ਮੇਰੇ ਪੁੱਤਰੋ, ਹੇ ਮੇਰੇ ਭਾਈਓ, ਹੇ ਮੇਰੇ ਗੁਰਸਿੱਖੋ, ਤੁਸੀਂ ਆਪਣੇ ਮਨ ਦੇ ਵਿੱਚ ਇਹ ਨਿਰਣਾ ਕਰਕੇ ਵੇਖੋ, ਤੁਸੀਂ ਤੁਰ ਲਿਖਿਆ ਪਰਵਾਣਾ ਫੇਰੇ ਨਹੀਂ। ਤੁਸੀਂ ਫੈਸਲਾ ਕਰ ਲਓ, ਆਪ ਸੋਚ ਲਓ ਇਹ ਗੱਲ ਕਿ ਧੁਰੋਂ ਲਿਖਿਆ ਪਰਵਾਣਾ ਫੇਰੇ ਨਹੀਂ, ਗੁਰ ਜਾਏ ਹਰ ਪ੍ਰਪਾਸ ਜੀਓ। ਧੁਰ ਦੇ ਰਾਰੇ ਨੂੰ ਸਿਹਾਰੀ ਹੈ, ਧੁਰ ਤੋਂ ਪਰਵਾਣਾ ਹੁਕਮ, ਫਿਰੇ ਮੋੜਿਆ ਨਹੀਂ ਜਾ ਸਕਦਾ। ਉਹ ਜਿਹੜਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਹੁਕਮ ਆ ਗਿਆ ਨਾ, ਪਰਵਾਣਾ ਆ ਗਿਆ, ਸੱਦਾ ਆ ਗਿਆ, ਉਹ ਮੋੜਿਆ ਨਹੀਂ ਜਾ ਸਕਦਾ। ਗੁਰ ਜਾਏ ਹਰ ਪ੍ਰਪਾਸ ਜੀਓ। ਤੁਹਾਡਾ ਗੁਰੂ, ਮੈਂ ਵਾਹਿਗੁਰੂ ਪਰਮਾਤਮਾ ਦੇ ਕੋਲ ਜਾ ਰਿਹਾ, ਤੁਸੀਂ ਇਸ ਗੱਲ ਦਾ ਆਪ ਫੈਸਲਾ ਕਰਕੇ ਵੇਖ ਲਓ ਭਈ ਉਹ ਜਿਹੜਾ ਮੇਰਾ ਜਿਹੜਾ ਅੰਤਮ ਸਮਾਂ ਆਇਆ ਹੈ ਇਹ ਉਹਦੇ ਹੁਕਮ ਦੇ ਵਿੱਚ ਹੈ, ਤੇ ਵਾਹਿਗੁਰੂ ਦਾ ਜਿਹੜਾ ਹੁਕਮ ਹੈ ਉਹ ਮੋੜਿਆ ਨਹੀਂ ਜਾ ਸਕਦਾ। ਤੁਸੀਂ ਆਪ ਨਿਰਣਾ ਕਰਕੇ ਵੇਖ ਲਓ ਵੀ ਕਿਉਂਕਿ ਗੁਰੂ ਨਾਨਕ ਗੁਰੂ ਅੰਗਦ ਦੀ ਕਿਰਪਾ ਦੇ ਨਾਲ ਮੈਂ ਗੁਰੂ ਦੇ ਸ਼ਬਦ ਰਾਹੀਂ ਉਸ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਰਿਹਾ, ਤੇ ਹੁਣ ਵਾਹਿਗੁਰੂ ਪਰਮਾਤਮਾ ਨੇ ਮੈਨੂੰ ਆਪਣੇ ਗਲ ਨਾਲ ਲਾਉਣਾ ਹੈ। ਇਹ ਫੈਸਲਾ ਤੁਸੀਂ ਕਰਕੇ ਵੇਖ ਲਓ, ਸੋਚ ਲਓ, ਤੁਸੀਂ ਨਿਰਣਾ ਕਰ ਲਓ ਤੁਸੀਂ ਇਹ। ਤੇ ਇਹ ਜਿਹੜਾ ਫੈਸਲਾ ਹੈ, ਇਹ ਜਿਹੜਾ ਹੁਣ ਸਮਾਂ ਹੈ, ਇਹ ਮੋੜਿਆ ਨਹੀਂ ਜਾ ਸਕਦਾ ਕਿਉਂਕਿ ਵਾਹਿਗੁਰੂ ਪਰਮਾਤਮਾ ਦਾ ਹੁਕਮ ਆਇਆ। ਹੁਣ ਇੱਥੇ ਜੇ ਥੋੜ੍ਹਾ ਜਿਹਾ ਇਸ ਸੀਨ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ, ਅਸੀਂ ਸ਼ਰਧਾ ਦੇ ਨਾਲ ਧੰਨ ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਸੋਚੀਏ ਜਰਾ। ਪਰਿਵਾਰ ਦਾ ਇੱਕ ਸਧਾਰਨ ਬਜ਼ੁਰਗ ਇਸ ਸਟੇਜ ਤੇ ਪਿਆ ਹੋਵੇ ਤਾਂ ਸਾਰੇ ਵੈਰਾਗ ਆਉਂਦੇ ਆ ਜੀ। ਇੱਥੇ ਗੁਰੂ ਆਪ, ਉਹ ਅਕਾਲ ਪੁਰਖ ਦਾ ਰੂਪ ਜਿਹੜਾ ਵਾਹਿਗੁਰੂ ਹੈ, ਉਹ ਅੰਤ ਸਮੇਂ ਵਾਸਤੇ ਲੇਟੇ ਹੋਏ ਨੇ। ਪਰਿਵਾਰ ਨੂੰ ਪਤਾ ਹੈ ਬਿਰਧ ਅਵਸਥਾ ਹੋ ਗਈ ਹੈ। ਗੁਰੂ ਸਾਹਿਬ ਆਪ ਦੱਸ ਰਹੇ ਨੇ ਕਿ ਮੇਰਾ ਹੁਣ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ। ਉਸ ਵੇਲੇ ਜਿਹੜੇ ਆਸ-ਪਾਸ ਖੜੇ ਹੋਣਗੇ ਰਿਸ਼ਤੇਦਾਰ, ਪਰਿਵਾਰ, ਬਹੁਤ ਵੱਡਾ ਪਰਿਵਾਰ ਸੀ ਗੁਰੂ ਅਮਰਦਾਸ ਜੀ ਦਾ ਜੀ, ਸਿੱਖ ਸ਼ਰਧਾਲੂ, ਉਹ ਕਿੰਨੇ ਵਿਰਾਗ ਦੇ ਵਿੱਚ ਹੋਣਗੇ, ਉਹਨਾਂ ਨੂੰ ਕਿੰਨਾ
ਇਸ ਗੱਲ ਦਾ ਵਿਛੋੜੇ ਦੀ ਤੜਫ ਹੋਏਗੀ ਵੀ ਹੁਣ ਸਮਾਂ ਆ ਗਿਆ ਹੈ। ਫਿਰ ਇਹ ਵੀ ਨਹੀਂ ਪਤਾ ਅਜੇ ਤੱਕ, ਇਸ ਸਟੇਜ ਤੱਕ ਇਹ ਵੀ ਨਹੀਂ ਪਤਾ ਕਿ ਗੁਰੂ ਅਮਰਦਾਸ ਜੀ ਨੇ ਸਾਨੂੰ ਕਿਹਦੇ ਲੜ ਲਾ ਕੇ ਜਾਣਾ ਹੈ। ਅਸੀਂ ਕਿਹਦੇ ਮਤਲਬ ਕਿਹਦਾ ਪੱਲਾ ਪਕੜਾਂਗੇ, ਕਿਹਦੇ ਕੋਲ ਬੈਠ ਕੇ ਆਪਣੇ ਮਨ ਦੀਆਂ ਜਿਹੜੀਆਂ ਹੈਗੀਆਂ ਉਹ ਗੱਲਾਂ ਕਰ ਸਕਾਂਗੇ ਅਸੀਂ। ਤੇ ਉਸ ਵੇਲੇ ਗੁਰੂ ਅਮਰਦਾਸ ਆਪਣੇ ਆਸ-ਪਾਸ ਇਕੱਠੇ ਹੋਏ ਸਾਰੇ ਲੋਕਾਂ ਨੂੰ ਇਹ ਉਪਦੇਸ਼ ਦੇ ਰਹੇ ਨੇ ਕਿ ਤੁਸੀਂ ਭਾਈ ਫੈਸਲਾ ਕਰਕੇ ਵੇਖ ਲਓ ਆਪ। ਧੁਰੋਂ ਲਿਖਿਆ ਪਰਵਾਣਾ ਜਿਹੜਾ ਉਹ ਫਿਰਦਾ ਮੋੜਿਆ ਨਹੀਂ ਜਾ ਸਕਦਾ ਹੁੰਦਾ, ਇਸ ਕਰਕੇ ਮੈਨੂੰ ਤਾਂ ਜਾਣਾ ਹੀ ਪੈਣਾ, ਹੁਣ ਮੈਂ ਤਾਂ ਜਾਣਾ ਹੈ। ਪਰ ਇਹ ਵੀ ਫੈਸਲਾ ਕਰਕੇ ਵੇਖ ਲਓ ਕਿ ਸਤਿਗੁਰੂ ਨੇ, ਵਾਹਿਗੁਰੂ ਨੇ, ਕਿਉਂਕਿ ਮੈਂ ਵਾਹਿਗੁਰੂ 'ਚ ਲੀਨ ਹੋਇਆ ਰਿਹਾ, ਮੇਰੇ ਆਪ ਮੇਰੇ ਗਲ ਨਾਲ ਮਿਲਣਾ ਹੈ। ਇਹ ਅਗਲੀ ਪੌੜੀ। ਇਹਦੇ ਵਿੱਚ ਜੇ ਪਹਿਲੀਆਂ 3 ਪੰਕਤੀਆਂ ਦੇਖੀਏ ਤੇ ਸਤਿਗੁਰੂ ਨੇ ਭਾਣੇ ਤੇ ਜ਼ੋਰ ਦਿੱਤਾ। ਹਾਂਜੀ, ਹਰ ਭਾਣਾ ਗੁਰ ਪਾਇਆ, ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਹਾਂਜੀ। ਸ਼ਾਬਾਸ਼ ਜੀ। ਤੇ ਭਾਣਾ ਸਿੱਖ ਨੂੰ ਮੰਨਣ ਵਾਸਤੇ ਵਾਰ-ਵਾਰ ਤਕੀਦ ਵੀ ਕੀਤੀ ਹੈ ਤੇ ਕਿੱਦਾਂ ਮੰਨਣਾ ਹੈ। ਬਾਅਦ ਵਿੱਚ ਐਗਜ਼ਾਮਪਲਾਂ ਵੀ ਦਿੱਤੀਆਂ ਵੀ ਤੁਸੀਂ ਆਪ ਸੋਚ ਕੇ ਦੇਖ ਲਓ, ਰੋਵੋ ਕਰਲਾਵੋ ਵੀ ਭਾਣਾ ਫੇਰ ਵੀ ਮੰਨਣਾ ਪੈਣਾ। ਤੇ ਅਸੀਂ ਵੀ ਭਾਣੇ ਦੀ ਬਹੁਤ ਵਾਰੀ ਗੱਲ ਕਰਦੇ ਹਾਂ ਕਿ ਇਹ ਭਾਣਾ ਜੀ, ਭਾਣਾ ਮੰਨਣਾ ਪੈਣਾ। ਪਰ ਬਹੁਤਾਤ ਦੇ ਵਿੱਚ ਜਦੋਂ ਉਹ ਦਿਸ਼ਾ ਹੁੰਦੀ ਹੈ, ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਲੇਟੇ ਹੋਏ ਨੇ, ਪਰਿਵਾਰ ਹੈ ਸਾਰਾ, ਉਹ ਸੀਨ ਕਿਹੋ ਜਿਹਾ ਹੋਵੇ, ਕਿੰਨਾ ਔਖਾ ਹੋਵੇਗਾ, ਕਹਿਣਾ ਤਾਂ ਸੁਖਾਲਾ ਹੈ। ਉਹਨਾਂ ਦੀਆਂ ਆਪਣੀਆਂ ਬੱਚੀਆਂ, ਹਾਂ, ਉਹਨਾਂ ਦੇ ਆਪਣੇ ਜਵਾਈ ਨੇ ਜੀ, ਉਹਨਾਂ ਦੇ ਹੋਰ ਸਿੱਖ ਨੇ, ਹਾਂ, ਕਿੱਡੇ ਮਤਲਬ ਉਸ ਵੇਲੇ ਤੱਕ ਗੁਰੂ ਨਾਨਕ ਦਾ ਜਿਹੜਾ ਪਰਿਵਾਰ ਹੈ, ਗੁਰੂ ਨਾਨਕ ਦੀ ਫੁਲਵਾੜੀ 'ਚ ਕਿੱਡੀਆਂ ਮਹਾ ਆਤਮਾ, ਬਾਬਾ ਬੁੱਢਾ ਜੀ ਉੱਥੇ ਹੋਣਗੇ, ਹੋਰ ਗੁਰਸਿੱਖ ਪਿਆਰੇ ਭਾਈ ਗੁਰਦਾਸ ਜੀ ਹੋਣਗੇ। ਭਾਈ ਗੁਰਦਾਸ ਜੀ ਇੱਥੇ ਸ਼ਾਇਦ ਇਹ ਦੱਸਣਾ ਯੋਗ ਹੋਵੇ, ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ ਸਨ। ਗੁਰੂ ਅਮਰਦਾਸ ਜੀ ਦੇ ਵੱਡੇ ਭਰਾ ਦੇ ਪੁੱਤਰ ਸਨ ਜੀ। ਤੇ ਉਹ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਗੁਰੂ ਘਰ ਦੇ ਨਾਲ ਜੁੜ ਗਏ ਸਨ, ਬੜੇ ਵਿਦਵਾਨ ਸਨ, ਉਹ ਵੀ ਉੱਥੇ ਹੋਣਗੇ। ਏਡੀਆਂ ਵੱਡੀਆਂ ਉਹ ਵਾਹਿਗੁਰੂ ਪਰਮਾਤਮਾ ਦੇ ਦਰ ਤੋਂ ਬਖਸ਼ੀਆਂ ਹੋਈਆਂ ਰੂਹਾਂ ਉੱਥੇ ਆਸ-ਪਾਸ ਬੈਠੀਆਂ ਹੋਣਗੀਆਂ। ਤੇ ਕਿਹੋ ਜਿਹਾ ਸੀਨ ਹੋਏਗਾ। ਤੇ ਉਸ ਵੇਲੇ ਗੁਰੂ ਅਮਰਦਾਸ ਉਸ ਇਕੱਠੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਪੁੱਤਰ, ਆਪਣੇ ਭਰਾ, ਆਪਣੇ ਸਿੱਖ ਕਹਿ ਕੇ ਸੰਬੋਧਨ ਕਰਕੇ ਇਹ ਸਿੱਖਿਆ ਦੇ। ਅਖੀਰਲੇ ਸਮੇਂ ਤੇ ਵੀ ਜਿਸ ਤਰ੍ਹਾਂ ਗੁਰੂ ਸਾਹਿਬ ਕਥਾ ਦੀਵਾਨ ਲੱਗਾ, ਸਿੱਖਾਂ ਨੂੰ ਸੰਬੋਧਨ ਕਰਦੇ ਨੇ, ਦਰਬਾਰ ਲੱਗਾ, ਹਾਂ, ਅਖੀਰਲੇ ਸਮੇਂ ਤੇ ਵੀ ਉਹ ਉਪਦੇਸ਼ ਦਿੰਦੇ ਨੇ। ਹਾਲਾਂ ਪਤਾ ਵੀ ਹੈ ਕਿ ਇੱਥੋਂ ਚਲੇ ਜਾਣਾ, ਪਰ ਸਾਡੇ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਇਹ ਉਪਦੇਸ਼ ਅੰਕਿਤ ਕਰ ਗਏ ਨੇ। ਇਸ ਤੋਂ ਅੱਗੇ ਜੀ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਫਿਰ ਸਤਿਗੁਰੂ ਨੇ ਆਪਣੀ ਮਰਜ਼ੀ ਨਾਲ, ਸਤਿਗੁਰੂ ਦੇ ਰਾਰੇ ਨੂੰ ਸਿਹਾਰੀਆ ਫਿਰ ਲੱਗੀ। ਪਿਛਲੇ ਹਫ਼ਤੇ ਮੈਂ ਡਾਕਟਰ ਸਾਹਿਬ ਬੇਨਤੀ ਕੀਤੀ ਸੀ ਵੀ ਇਸ ਬਾਣੀ ਦੇ ਵੈਸੇ ਤਾਂ ਹਰੇਕ ਸ਼ਬਦ ਦੇ ਅਰਥ ਕਰਨ ਵਾਸਤੇ ਸਾਨੂੰ ਵਿਆਕਰਨ, ਉਚਾਰਨ, ਪੰਕਚੁਏਸ਼ਨ, ਵਿਸ਼ਰਾਮ ਦਾ ਬਹੁਤ ਧਿਆਨ ਰੱਖਣ ਦੀ ਲੋੜ ਹੈ। ਪਰ ਕਿਉਂਕਿ ਇਹ ਇੱਕ ਇਤਿਹਾਸਕ ਹਵਾਲਾ ਹੈ ਜੀ, ਇਹਦੇ ਅਰਥ ਕਰਨ ਸਮੇਂ ਸਾਨੂੰ ਜਿਹੜੇ ਮੁੱਢਲੇ ਅਸੂਲ, ਬਹੁਤ ਲੰਮੀ ਚੌੜੀ ਵਿਆਕਰਨ ਸਮਝਣ ਦੀ ਲੋੜ ਨਹੀਂ, ਜਿਹੜੇ ਬਿਲਕੁਲ ਸਧਾਰਨ ਸਾਡੇ ਅਸੂਲ ਹੈ। ਜਦੋਂ ਰਾਰੇ ਨੂੰ ਸਿਹਾਰੀ ਲੱਗ ਕੇ ਸੰਬੰਧਕ ਹੋ ਜਾਂਦਾ ਹੈ, ਇੱਥੇ ਜਦੋਂ ਉਹ ਕਹਿੰਦੇ ਨੇ ਵੀ ਸਤਿਗੁਰ ਭਾਣੇ, ਸਤਿਗੁਰ ਦੇ ਰਾਰੇ ਨੂੰ ਸਿਹਾਰੀ ਲੱਗੀ ਆ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ। ਸਤਿਗੁਰੂ ਨੇ ਆਪਣੀ ਮਰਜ਼ੀ ਨਾਲ ਬੈਠ ਕੇ ਸਾਰੇ ਪਰਿਵਾਰ ਨੂੰ ਬੁਲਾ ਲਿਆ ਜੀ। ਜਿਵੇਂ ਅਖੀਰਲੇ ਸਮੇਂ ਫੈਸਲੇ ਕਰਨੇ ਹੁੰਦੇ ਆ, ਸਾਰਿਆਂ ਨੂੰ ਬੁਲਾ ਲਿਆ, ਉਹਨਾਂ ਨੂੰ ਹਦਾਇਤ ਕੀਤੀ, ਮਤ ਮੈਂ ਪਿੱਛੇ ਕੋਈ ਰੋਗ ਸੀ, ਸੋ ਮੈਂ ਮੂਲ ਨਾ ਪਾਇਆ। ਮਤ ਮੇਰੇ ਪਿੱਛੋਂ ਵੇਖਿਓ ਕਿਤੇ, ਰੋਇਓ ਨਾ ਤੁਸੀਂ। ਮੇਰੇ ਜਾਣ ਤੋਂ ਬਾਅਦ, ਸਰੀਰ ਤਿਆਗ ਦੇਣ ਤੋਂ ਬਾਅਦ ਕੋਈ ਰੋਇਓ ਨਾ, ਸੋ ਮੈਂ ਮੂਲ ਨਾ ਪਾਇਆ। ਜੇ ਰੋਵੋਗੇ ਤੇ ਉਹ ਮੈਨੂੰ ਬਿਲਕੁਲ ਚੰਗਾ ਨਹੀਂ ਲੱਗੂਗਾ, ਮੇਰਾ ਉਹਦੇ ਵਿੱਚ ਖੁਸ਼ੀ, ਮੇਰੀ ਉਹ 'ਚ ਖੁਸ਼ੀ ਨਹੀਂ ਹੋਏਗੀ। ਤੁਸੀਂ ਧਿਆਨ ਨਾਲ ਸੁਣੋ ਮੇਰੀ ਗੱਲ, ਮੇਰੇ ਜਾਣ ਤੋਂ ਬਾਅਦ ਤੁਸੀਂ ਕੋਈ ਰੋਇਓ ਨਾ, ਉਹ ਮੈਨੂੰ ਚੰਗਾ ਨਹੀਂ ਲੱਗੇਗਾ। ਅਗਲੀ ਗੱਲ ਬਹੁਤ ਖੂਬਸੂਰਤ ਹੈ। ਮਿਤ ਪੈਜੇ ਮਿਤ ਵਿਗਸੇ, ਜਿਸ ਮਿਤ ਕੀ ਪੈਜ ਭਾਵੈ। ਵਾਹਿਗੁਰੂ। ਮਿਤ ਪੈਜੇ, ਪੈਜੇ ਦਾ ਅਰਥ ਹੈ ਚੰਗਾ ਲੱਗਣਾ, ਖੁਸ਼ੀ ਮਿਲਣੀ। ਮਿਤ ਵਿਗਸੈ, ਵਿਗਸੈ ਆਨੰਦਿਤ ਹੁੰਦਾ ਹੈ, ਖੁਸ਼ ਹੁੰਦਾ ਹੈ। ਜਿਸ ਮਿਤ ਕੀ ਪੈਜ ਭਾਵੈ, ਪੈਜ ਇੱਜ਼ਤ, ਭਾਵੈ ਚੰਗੀ ਲੱਗਦੀ, ਵਾਹਿਗੁਰੂ ਨੂੰ ਚੰਗੀ ਲੱਗਦੀ।
ਜਿਸ ਮਿੱਤਰ ਨੂੰ ਦੀ ਜਿਹੜੀ ਮਾਣ ਹੈ ਉਹ ਵਾਹਿਗੁਰੂ ਨੂੰ ਚੰਗਾ ਲੱਗਦਾ, ਉਹ ਆਪਣੇ ਮਿੱਤਰ ਨੂੰ ਮਿਲਦਾ ਮਾਣ ਵੇਖ ਕੇ ਉਹਦੇ ਮਿੱਤਰਾਂ ਨੂੰ ਵੀ ਖੁਸ਼ੀ ਹੁੰਦੀ ਹੈ। ਮਿੱਤ ਪੈਜੇ ਮਿੱਤ ਬਿਕਸੇ। ਜਦੋਂ ਇੱਕ ਮਿੱਤਰ ਨੂੰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚੋਂ ਮਾਣ ਮਿਲਦਾ ਹੈ ਤੇ ਜਿਹੜੇ ਉਹਦੇ ਮਿੱਤਰ ਨੇ, ਇੱਥੇ ਗੁਰੂ ਸਾਹਿਬ ਨੇ ਆਪਣੇ ਸੇਵਕਾਂ ਨੂੰ ਤੇ ਪਰਿਵਾਰ ਨੂੰ ਮਿੱਤਰ ਨਾਲ ਸੰਬੋਧਨ ਕੀਤਾ ਹੈ ਕਿ ਉਹਨਾਂ ਦੇ ਮਿੱਤਰਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਕਿ ਸਾਡੇ ਮਿੱਤਰ ਨੂੰ ਅੱਜ ਮਾਣ ਮਿਲ ਰਿਹਾ, ਇਸ ਕਰਕੇ ਮੇਰੇ ਤੋਂ ਬਾਅਦ ਰੋਇਓ ਨਾ, ਮੈਨੂੰ ਮਾਣ ਮਿਲ ਰਿਹਾ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵਾ ਹੈ। हे ਮੇਰੇ ਪੁੱਤਰੋ, हे ਮੇਰੇ ਭਾਈਓ, हे ਮੇਰੇ ਗੁਰਸਿੱਖੋ, ਵਿਚਾਰ ਦੇ ਰਾਰੇ ਨੂੰ ਸਿਹਾਰੀ ਹੈ। ਵਿਚਾਰ ਕੇ ਤੁਸੀਂ ਇਹ ਵਿਚਾਰ ਕੇ ਦੇਖੋ, ਹਰ ਸਤਿਗੁਰੂ ਪਹਿਨਾਵਾ ਹੈ। ਪਹਿਨਾਵਾ ਹੁੰਦਾ ਆਦਰ ਦੇ ਰਿਹਾ, ਪਹਿਨਾਵਾ ਸਰੋਪਾ ਪਹਿਨਾਇਆ ਜਾ ਰਿਹਾ। ਸਰੋਪਾਓ ਅੱਜ ਤਾਂ ਸਰੋਪਾ ਅਸੀਂ 1.5 ਕੁ ਗਜ ਦਾ ਕੇਸਰੀ ਰੰਗ ਦਾ ਜਾਂ ਪੀਲੇ ਰੰਗ ਦਾ ਕੱਪੜਾ ਬਣਾ ਲਿਆ। ਸਰੋਪਾਓ ਹੁੰਦਾ ਹੈ ਜਿਹੜਾ ਸਿਰ ਤੋਂ ਪੈਰਾਂ ਤੱਕ ਦਿੱਤਾ ਜਾਂਦਾ ਹੈ। ਸ਼ਾਇਦ ਇਹ ਗੱਲ ਯੋਗ ਹੈ ਇਸ ਥਾਂ ਦੇ ਉੱਤੇ ਕਰਨੀ। ਦਰਅਸਲ ਜਿਹੜਾ ਸਿਰੋਪਾਓ ਹੈ ਉਹ ਕਫਨ ਹੁੰਦਾ ਹੈ, ਜਿਹਦੇ ਲਫ਼ਜ਼ੀ ਅਰਥ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਇਆ ਜਾਂਦਾ ਹੈ। ਜਾਂ ਜਿਹੜੀ ਜਦੋਂ ਕਿਸੇ ਰਾਜੇ ਦੇ ਦਰਬਾਰ ਦੇ ਵਿੱਚੋਂ ਰੋਬ ਮਿਲਦੀ ਹੈ, ਜਿਹਦਾ ਚੋਗਾ ਜੀ, ਸ਼ਾਇਦ ਹਜੂਰ ਸਾਹਿਬ ਇਸ ਤਰੀਕੇ ਨਾਲ ਉਹ ਮਾਣ ਤਾਣ ਦਿੰਦੇ ਨੇ, ਸਰੋਪਾ ਦਿੰਦੇ ਨੇ। ਸਰੋਪਾਓ ਜਿੱਦਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਜਾਂ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰਾ ਸਰੀਰ ਢੱਕਿਆ ਜਾਏ। ਇੱਥੇ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਆ, ਹਰ ਸਤਿਗੁਰੂ ਪਹਿਨਾਵਾ ਹੈ। ਪਰਮਾਤਮਾ ਸਤਿਗੁਰੂ ਨੂੰ ਪਰਮਾਤਮਾ ਮਾਣ ਦੇ ਰਿਹਾ ਹੈ, ਉਹਦਾ ਕੱਜ ਰਿਹਾ ਹੈ, ਉਹਨੂੰ ਸਰੋਪਾਓ ਦੇ ਰਿਹਾ ਹੈ, ਉਹਨੂੰ ਇੱਜ਼ਤ ਦੇ ਰਿਹਾ ਹੈ। ਇਸ ਕਰਕੇ ਤੁਸੀਂ ਇਹ ਵਿਚਾਰ ਕੇ ਵੇਖ ਲਓ ਭਈ ਅਕਾਲ ਪੁਰਖ ਵਾਹਿਗੁਰੂ ਤਾਂ ਸਤਿਗੁਰੂ ਨੂੰ ਮਾਣ ਦੇ ਰਿਹਾ ਹੈ, ਤੇ ਜਿਹੜਾ ਮਿੱਤਰ ਹੈ ਜਦੋਂ ਦੂਜੇ ਮਿੱਤਰ ਨੂੰ ਮਾਣ ਮਿਲਦਾ ਹੈ ਤੇ ਉਸ ਮਿੱਤਰ ਨੂੰ ਖੁਸ਼ੀ ਹੁੰਦੀ ਆ, ਉਹ ਵਿਕਸਦਾ ਹੈ, ਉਹਦੇ ਮਨ 'ਚ ਖੇੜਾ ਹੁੰਦਾ। ਇਸ ਕਰਕੇ ਤੁਸੀਂ ਮੇਰੇ ਜਾਣ ਤੋਂ ਬਾਅਦ ਰੋਇਓ ਨਾ ਹੁਣ ਜੀ। ਸਤਿਗੁਰੂ ਪ੍ਰਤੱਖ ਹੁੰਦੇ, ਬਹਿ ਰਾਜ ਆਪ ਟਿਕਾਇਆ। ਸਤਿਗੁਰੂ ਨੇ ਆਪਣੇ ਸਰੀਰ ਦੇ ਵਿੱਚ ਰਹਿੰਦਿਆਂ ਬਹਿ ਰਾਜ ਆਪ ਟਿਕਾਇਆ। ਆਪ ਆਪਣੇ ਹੱਥੀਂ ਗੁਰਿਆਈ ਦਾ ਜਿਹੜਾ ਰਾਜ ਸੀਗਾ ਉਹ ਥਾਪ ਦਿੱਤਾ। ਸਤਿਗੁਰੂ ਪ੍ਰਤੱਖ ਹੁੰਦੇ ਜੀ, ਆਪਣੇ ਜੀਵਨ ਕਾਲ ਦੇ ਵਿੱਚ ਆਪਣੇ ਬੈਠਿਆਂ ਹੀ ਹੁੰਦਿਆਂ ਹੀ ਉਹ ਜਿਹੜਾ ਅਗਲੀ ਸੀਗੀ ਗੱਲ ਗੁਰੂ ਗੁਰਗੱਦੀ ਦੀ ਜਿਹੜੀ ਗੱਲ ਸੀ ਉਹ ਕਰ ਦਿੱਤੀ। ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀਂ ਪਾਇਆ। ਇਹ ਇਤਿਹਾਸਕ ਹਵਾਲਾ ਹੈ ਜੀ। ਸਭ ਸਿੱਖ ਬੰਧਪ ਹੁੰਦਾ ਅੰਗ ਸਾਖ, ਪੁੱਤ ਪੁੱਤਰ ਭਾਈ ਪਰਿਵਾਰ ਦੇ ਮੈਂਬਰ ਰਾਮਦਾਸ ਪੈਰੀਂ ਪਾਇਆ। ਉਹਨਾਂ ਨੂੰ ਰਾਮਦਾਸ ਦੇ ਪੈਰੀਂ ਪਾ ਦਿੱਤਾ। ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇ ਕੇ ਸਾਰਿਆਂ ਨੂੰ ਹੀ, ਜਿੰਨੇ ਉਹਨਾਂ ਦਾ ਪਰਿਵਾਰ ਸੀ, ਇਹ ਅਗਲੀਆਂ ਪੌੜੀਆਂ ਦੇ ਵਿੱਚ ਇਹ ਗੱਲ ਥੋੜ੍ਹੀ ਜਿਹੀ ਹੋਰ ਸਪਸ਼ਟ ਹੋਣੀ ਹੈ, ਜਿੱਥੇ ਆਪਾਂ ਸਿਰਫ ਹਵਾਲੇ ਮਾਤਰ ਹੈ ਵੀ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਜੀ ਦੇ ਚਰਨੀ ਲਗਾ ਦਿੱਤਾ। ਇਸ ਪੌੜੀ ਦੇ ਵਿੱਚ ਦੋ ਗੱਲਾਂ ਸਪਸ਼ਟ ਕੀਤੀਆਂ ਨੇ ਗੁਰੂ ਅਮਰਦਾਸ ਜੀ ਨੇ। ਇੱਕ ਤੇ ਕਿ ਜਿਹੜਾ ਗੁਰਸਿੱਖ ਹੈ, ਗੁਰਸਿੱਖ ਮਰਨ ਤੋਂ ਬਾਅਦ ਜਮਾਂ ਦੇ ਬਸ ਨਹੀਂ ਪੈਂਦਾ, ਇਹ ਸਾਨੂੰ ਗੁਰੂ ਨੇ ਸਿਖਾਇਆ ਹੈ। ਜੋ ਗੁਰਸਿੱਖ ਹੈ ਤਾਂ ਜੀ ਇਵੇਂ ਨਹੀਂ ਵੀ ਕੋਈ ਬੰਦਾ ਸ਼ਰਾਬ ਪੀ ਕੇ ਮਤਲਬ ਸ਼ਰਾਬ ਦੀ ਨਾਲ ਹੀ ਮਰ ਗਿਆ ਹੋਵੇ ਤੇ ਉਹਦੇ ਭੋਗ ਦੇ ਕਾਰਡ ਛਪ ਜਾਂਦੇ ਨੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਇਸ ਤਰ੍ਹਾਂ ਨਹੀਂ। ਜਿਹੜਾ ਸੱਚਮੁੱਚ ਹੀ ਗੁਰੂ ਦੀ ਸਿੱਖਿਆ, ਗੁਰੂ ਦੇ ਸ਼ਬਦ ਦੇ ਵਿੱਚ ਲੀਨ ਹੋ ਕੇ ਜ਼ਿੰਦਗੀ ਜਿਉਣ ਵਾਲਾ ਸਿੱਖ ਆ ਜਿਹੜਾ, ਉਹ ਮੌਤ ਨੂੰ ਡਰ ਦਾ ਸਾਧਨ ਨਹੀਂ ਸਮਝਦਾ। ਉਹਦੇ ਵਾਸਤੇ ਮੌਤ ਡਰਨ ਦਾ ਸਾਧਨ ਨਹੀਂ ਹੈ। ਉਹਦੇ ਲਈ ਤਾਂ ਇਹ ਹੈ ਕਿ ਹੁਣ ਸਮਾਂ ਆਇਆ ਉਸ ਅਕਾਲ ਪੁਰਖ ਦੀ ਵਾਹਿਗੁਰੂ ਦੇ ਕੋਲ ਜਾ ਕੇ ਮਿਲਣ ਦਾ, ਤੇ ਹੁਣ ਮੈਨੂੰ ਜਾਣ ਤੋਂ ਬਾਅਦ ਉਸ ਵਾਹਿਗੁਰੂ ਨੇ ਆਪਣੇ ਗਲ ਲਾ ਕੇ ਮਿਲਣਾ ਤੇ ਮੈਨੂੰ ਮਾਣ ਦੇਣਾ ਹੈ। ਇਸ ਕਰਕੇ ਜਦੋਂ ਮਾਣ ਮਿਲਣਾ ਹੋਵੇ ਫਿਰ ਉਹ ਆਨੰਦ ਦਾ ਸਮਾਂ ਹੁੰਦਾ ਹੈ, ਫਿਰ ਉਹ ਖੁਸ਼ੀ ਦਾ ਸਮਾਂ ਹੁੰਦਾ ਹੈ, ਉਹ ਰੋਣ ਦਾ ਪਿੱਟਣ ਦਾ ਸਮਾਂ ਨਹੀਂ ਹੁੰਦਾ। ਤੇ ਸਤਿਗੁਰੂ ਨੇ ਇੱਥੇ ਇਹੀ ਆਖਿਆ ਕਿ ਮੇਰੇ ਜਾਣ ਤੋਂ ਬਾਅਦ ਤੁਸੀਂ ਰੋਇਓ ਨਾ, ਕਿਉਂਕਿ ਜੇ ਰੋਵੋਗੇ ਤੇ ਇਹ ਮੈਨੂੰ ਬਿਲਕੁਲ ਨਹੀਂ ਚੰਗਾ ਲੱਗੂਗਾ। ਹੁਣ ਸਾਡੇ ਵਾਸਤੇ ਵੀ ਇਹੀ ਹੈ। ਸਾਨੂੰ ਰਹਿਤ ਮਰਿਆਦਾ ਦੇ ਵਿੱਚ ਇਸ ਗੱਲ ਦੀ ਹਦਾਇਤ ਦਿੱਤੀ ਹੈ। ਪਿਛਲੇ ਹਫ਼ਤੇ ਆਪਾਂ ਗੱਲ ਵੀ ਕੀਤੀ ਸੀ ਕਿ ਪੁਰਾਣੀ ਦੇ ਚੜ੍ਹਾਈ ਕਰ ਜਾਣ ਤੋਂ ਬਾਅਦ ਪਿੱਟਣਾ, ਸਿਆਪਾ ਕਰਨਾ, ਫੂੜੀ ਪਾਉਣੀ, ਹੋਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਰਨੀਆਂ
ਉਹ ਮਨਮਤ ਹੈ। ਸਿੰਘਾਂ ਨੂੰ, ਸਿੱਖਾਂ ਨੂੰ ਪੰਥ ਨੇ ਇਹ ਗੱਲਾਂ ਕਰਨ ਤੋਂ ਰੋਕਿਆ। ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਨੇ ਸਾਨੂੰ ਇਹੀ ਸਿੱਧ ਦਿੱਤੀ। ਤੇ ਭਾਈ ਸਾਹਿਬ ਜੀ, ਇਹ ਰਾਮਕਲੀ ਸੱਦ ਜਿਹੜੀ ਆਮ ਜਦੋਂ ਆਪਾਂ ਸੰਸਕਾਰ ਕਰਕੇ ਉਹਨੇ ਪੜ੍ਹੀ ਜਾਂਦੀ ਹੈ, ਹਾਂਜੀ, ਪਰ ਬਹੁਤਾਤ ਦੇ ਵਿੱਚ ਹਾਂਜੀ, ਮੈਂ ਕਹਾਂਗਾ 99 ਵਿੱਚੋਂ ਇੱਕ ਬੰਦੇ ਨੂੰ ਸ਼ਾਇਦ ਸਮਝ ਹੋਵੇ ਵੀ ਗੁਰੂ ਸਾਹਿਬ ਕੀ ਫਰਮਾ ਰਹੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਉੱਥੇ ਬਸ ਰਸਮ ਹੀ ਕਰਨੀ ਹੁੰਦੀ ਹੈ ਵੀ ਪੜ੍ਹ ਦਿਓ ਜੀ ਰਾਮਕਲੀ ਸਾਹਿਬ। ਹੁਣ ਗੁਰੂ ਸਾਹਿਬ ਕਿੱਡਾ ਵੱਡਾ ਉਪਦੇਸ਼ ਦੇ ਰਹੇ ਇਹਦੇ ਵਿੱਚ, ਆਪਣਾ ਪਰਿਵਾਰ ਕੋਲ ਖੜਾ ਕਰਕੇ ਸਿੱਖਾਂ ਨੂੰ ਇਕੱਠੇ ਕਰ, ਸਾਰੀ ਉਮਤ ਆਪਣੀ ਇਕੱਠੀ ਕਰਕੇ ਉਹਨੂੰ ਉਪਦੇਸ਼ ਦੇ ਰਹੇ ਨੇ, ਪਾਣਾ ਮੰਨਣ ਦਾ। ਔਰ ਜਿਹੜੀ ਅਗਲੀ ਪੌੜੀ ਹੈ ਇਸ ਤੋਂ, ਬੇਸ਼ੱਕ ਆਪਾਂ ਬਿਲਕੁਲ ਬਰੀਫਲੀ ਗੱਲ ਕਰਾਂਗੇ, ਡਿਟੇਲ 'ਚ ਆਪਾਂ ਗੱਲ ਅਗਲੇ ਹਫਤੇ ਕਰਾਂਗੇ, ਵਿੱਚ ਰਹਿ ਜਾਣੀ ਹੈ ਗੱਲ ਇਹ। ਉਹਦੇ ਵਿੱਚ ਜੋ ਕੁਛ ਅੱਜ ਅਸੀਂ ਮਰਨ ਤੋਂ ਬਾਅਦ ਕਰਦੇ ਹਾਂ, ਉਹ ਤੋਂ ਗੁਰੂ ਸਾਹਿਬ ਨੇ ਰੋਕਿਆ ਹੈ। ਆਪਾਂ ਗੱਲ ਸ਼ੁਰੂ ਕਰਦੇ ਹਾਂ ਅੱਜ, ਠੀਕ ਹੈ, ਤਾਂ ਕਿ ਜਿਹੜੇ ਸਾਡੇ ਦਰਸ਼ਕ ਹੈ ਉਹ ਆਪਣੇ ਆਪ ਨੂੰ ਅਗਲੇ ਹਫਤੇ ਬਸ ਥੋੜ੍ਹਾ ਜਿਹਾ ਤਿਆਰ ਕਰ ਲੈਣ ਇਹਦੇ ਲਈ। ਫਿਰ ਅਗਲੇ ਹਫਤੇ ਜਦੋਂ ਆਪਾਂ ਉਹਦਾ ਹਵਾਲਾ ਦੂਸਰੇ ਪਾਸਿਓਂ ਦਿਆਂਗੇ ਵੀ ਇਹਨਾਂ ਗੱਲਾਂ ਦੀ ਕਿਉਂ ਲੋੜ ਪੈ ਗਈ ਤਾਂ ਅੱਜ ਅਸੀਂ ਕਿਉਂ ਕਰਦੇ ਹਾਂ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਅੰਤੇ ਰਾਮਦਾਸ ਜੀ ਨੂੰ ਸਾਰਾ ਜੱਗ ਪੈਰੀਂ ਪਾ ਕੇ ਉਹਨਾਂ ਦੇ ਗੁਰਗੱਦੀ ਦੇ ਕੇ ਅਖੀਰ ਤੇ ਸਤਿਗੁਰੂ ਬੋਲਦੇ ਨੇ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਮੇਰੇ ਜਾਣ ਤੋਂ ਬਾਅਦ ਕੀਰਤਨ ਕਰਿਓ ਨਿਰਵਾਣ ਜੀ, ਨਿਰੋਲ। ਸਿਰਫ ਤੇ ਸਿਰਫ ਮੇਰੇ ਜਾਣ ਤੋਂ ਬਾਅਦ ਤੁਸੀਂ ਕੀਰਤਨ ਕਰਨਾ ਹੈ। ਕੇਸ਼ੋ ਗੋਪਾਲ ਪੰਡਤ ਸਦਿਓ, ਹਰ ਹਰ ਕਥਾ ਪੜ੍ਹੇ ਪੁਰਾਨ ਜੀਓ। ਕੇਸ਼ੋ ਗੋਪਾਲ ਪੰਡਤ, ਇਸ ਪੰਕਤੀ ਨੇ ਜਾਂ ਇਹਨਾਂ ਦੋ ਗੱਲਾਂ ਨੇ ਸਾਡੀ ਵਿਆਕਰਨ ਦੀ ਸਮਝ ਨਾ ਹੋਣ ਕਰਕੇ ਬੜਾ ਉਪਦਲ ਮਚਾਇਆ। ਕੇਸ਼ੋ ਗੋਪਾਲ ਦਾ ਅਰਥ ਹੈ ਉਹ ਕੇਸ਼ੋ ਗੋਪਾਲ ਦਾ ਇੱਥੇ ਅਰਥ ਵਾਹਿਗੁਰੂ ਹੈ। ਪੰਡਤ ਦਾ ਅਰਥ ਸਿੱਖ ਹੈ। ਤੁਸੀਂ ਵਾਹਿਗੁਰੂ ਦੇ ਪੰਡਤਾਂ ਨੂੰ ਸੱਦਿਓ। ਪੰਡਤ ਬਹੁ ਵਚਨ ਹੈ। ਇੱਥੇ ਗੱਲ ਬਣਾਈ ਗਈ ਵੀ ਕੇਸ਼ੋ ਗੋਪਾਲ ਦੇ ਨਾਂ ਦੇ ਪੰਡਤ ਨੂੰ ਤੁਸੀਂ ਸੱਦ ਕੇ ਲਿਆਇਓ ਤੇ ਉਹ ਇੱਥੇ ਮੇਰੇ ਜਾਣ ਤੋਂ ਬਾਅਦ ਗਰੜ ਪੁਰਾਣ ਦੀ ਕਥਾ ਕਰੂਗਾ। ਇਹ ਅਰਥ ਬਣਾ ਕੇ ਪੰਡਤ ਨੇ ਸਾਡੇ ਗਲ 'ਚ ਪਾਏ। ਮੈਂ ਸਿਰਫ ਇਸ਼ਾਰੇ ਮਾਤਰ ਗੱਲ ਕਰਨੀ ਹੈ, ਬਾਕੀ ਡੀਟੇਲ 'ਚ ਆਪਾਂ ਅਗਲੇ ਹਫਤੇ ਦੇ ਉੱਤੇ ਗੱਲ ਕਰਾਂਗੇ। ਗੁਰੂ ਸਾਹਿਬ ਕਹਿੰਦੇ ਨੇ ਵੀ ਮੇਰੇ ਤੋਂ ਬਾਅਦ ਸਿਰਫ ਨਿਰਵਾਣ ਕੀਰਤਨ ਕਰਿਓ, ਹੋਰ ਰੋਇਓ ਨਾ, ਹੋਰ ਕੁਝ ਨਾ ਕਰਿਓ। ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਜਿਹੜੇ ਸੇਵਕ ਨੇ, ਗੁਰਸਿੱਖ ਨੇ ਜਿਹੜੇ, ਉਹਨਾਂ ਨੂੰ ਇਕੱਠੇ ਕਰਿਓ ਤੇ ਉੱਥੇ ਬੈਠ ਕੇ ਹਰ ਹਰ ਕਥਾ ਪੜ੍ਹੇ ਪੁਰਾਣ ਜੀ, ਨਹੀਂ ਹਰ ਹਰ ਕਥਾ ਪੜ੍ਹੇ, ਇਹ ਤਾਂ ਕੌਮਾ ਹੈ, ਵਿਸ਼ਰਾਮ ਹੈ, ਅਰਧ ਵਿਸ਼ਰਾਮ ਹੈ। ਬੈਠ ਕੇ ਇਕੱਠੇ ਹੋ ਕੇ ਉਹ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਇਓ ਤੇ ਮੇਰੇ ਵਾਸਤੇ ਉਹੀ ਗੱਲ ਜਿਹੜੀ ਹੈ ਉਹ ਪੁਰਾਣ ਦੀ ਕਥਾ ਹੈ। ਠੀਕ ਹੈ। ਕੇਸ਼ੋ ਗੋਪਾਲ ਜਿਹੜੇ ਅਕਾਲ ਪੁਰਖ ਦੇ ਪੰਡਤ ਗੁਰਸਿੱਖ ਹੈ, ਉਹਨਾਂ ਨੂੰ ਇਕੱਠੇ ਕਰਿਓ, ਮਤਲਬ ਸੰਗਤ ਵਿੱਚ ਜੋੜਿਓ। ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਕੀਰਤਨ ਕਰਿਓ ਤੇ ਉਹਦੇ ਗੁਣ ਗਾਇਓ ਤੇ ਮੇਰੇ ਵਾਸਤੇ ਇਹ ਹੀ ਪੁਰਾਣ ਦੀ ਕਥਾ ਹੈ। ਪੁਰਾਣ ਦੀ ਕਥਾ ਕਰਨ ਦੀ ਲੋੜ ਨਹੀਂ। ਪੁਰਾਣ ਦੀ ਸ਼ਬਦ ਕਿਉਂ ਵਰਤਿਆ ਗਿਆ, ਇਹਦੇ ਡੀਟੇਲ ਆਪਾਂ ਅਗਲੇ ਹਫਤੇ ਦਿਆਂਗੇ। ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ, ਬੇਵਾਨ ਹਰ ਰੰਗ ਗੁਰ ਭਾਵੈ। ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ। ਬੇਵਾਨ, ਬਵਾਨ ਹੁੰਦਾ ਵੱਡਾ ਕਰਨਾ, ਪੰਜਾਬੀ ਸੱਭਿਆਚਾਰ ਦਾ ਸ਼ਬਦ ਹੈ ਵੱਡਾ ਕਰਨਾ ਜੀ। ਵੱਡਾ ਕਰਨਾ ਕੀ, ਵੀ ਜਦੋਂ ਕੋਈ ਪੁਰਾਣੀ ਦੋਹਤਿਆਂ ਪੋਤਿਆਂ ਵਾਲਾ ਹੋ ਕੇ ਮਰੇ ਨਾ ਤੇ ਉਹਦੀ ਅਰਥੀ ਤੇ ਝੰਡੀਆਂ ਲਾ ਦਿੰਦੇ ਸੀ, ਪਤਾਸੇ ਸਿੱਟਦੇ ਸੀ ਇੰਡੀਆ ਦੇ ਵਿੱਚ ਵੀ ਇਹ ਹੁਣ ਵੱਡਾ ਹੋ ਗਿਆ। ਵੱਡਾ ਕਰਨਾ, ਉਹਨੂੰ ਬਵਾਨ ਕੱਢਣਾ ਕਹਿੰਦੇ ਸੀ। ਸ਼ਾਨ ਨਾਲ ਬਾਜੇ ਗਾਜੇ ਦੇ ਨਾਲ ਉਹਦੀ ਜਿਹੜੀ ਅਰਥੀ ਆ ਲੈ ਕੇ ਜਾਣੀ, ਤੇ ਗੁਰੂ ਸਾਹਿਬ ਨੇ ਇਸ ਗੱਲ ਤੋਂ ਰੋਕਿਆ। ਸਿਰਫ ਉਹ ਵਾਹਿਗੁਰੂ ਦੀ ਕਥਾ ਪੜ੍ਹਨੀ ਹੈ, ਉਹਦਾ ਨਾਮ ਸੁਣਨਾ ਹੈ। ਬੇਵਾਨ ਹਰ ਰੰਗ ਗੁਰ ਭਾਵ ਹੈ। ਹਰ ਰੰਗ ਅਕਾਲ ਪੁਰਖ ਦਾ ਪਿਆਰ ਗੁਰੂ ਨੂੰ ਚੰਗਾ ਲੱਗਦਾ ਹੈ। ਗੁਰੂ ਨੂੰ ਸਿਰਫ ਉਹਦੀ ਕਥਾ ਕਰਨੀ, ਉਹਦਾ ਨਾਮ ਸੁਣਨਾ ਤੇ ਬੇਵਾਨ ਦੇ ਰੂਪ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਦੇ ਪਿਆਰ ਦੇ ਵਿੱਚ ਰਹਿਣਾ ਗੁਰੂ ਨੂੰ ਚੰਗਾ ਲੱਗਦਾ, ਗੁਰੂ ਨੂੰ ਭਾਉਂਦਾ ਹੈ। ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਭਾਵ ਹੈ। ਗਰੜ ਪੁਰਾਣ ਦੇ ਮੁਤਾਬਕ ਡੀਟੇਲ 'ਚ ਅਗਲੇ ਹਫਤੇ ਕਰਾਂਗੇ ਅਸੀਂ। ਪਿੰਡ ਭਰਾਉਣੇ, ਪੱਤਲਾਂ ਦੇ ਉੱਤੇ ਪਿੰਨੇ ਰੱਖ ਕੇ ਦਾਨ ਕਰਨੇ, ਕਿਰਿਆ ਕਰਨੀ, ਦੀਵੇ ਬਾਲਣੇ ਤੇ ਫੁੱਲ ਹਰਿਦੁਆਰ ਲੈ ਕੇ ਜਾਣੇ, ਹਰ ਸਰ ਭਾਵ ਹੈ। ਹਰੀ ਦੇ ਸਰੋਵਰ ਦੇ ਵਿੱਚ, ਹਰੀ ਦਾ ਸਰੋਵਰ ਹੈ ਸਾਧ ਸੰਗਤ, ਜਿੱਥੇ ਕਥਾ ਪੜ੍ਹੀ ਜਾ ਰਹੀ ਹੈ, ਜਿੱਥੇ ਨਿਰਵਾਣ ਕੀਰਤਨ ਕੀਤਾ ਜਾ ਰਿਹਾ, ਉਹਦੇ ਵਿੱਚ ਹੀ ਮੈਂ ਪਾਉਣਾ ਹੈ, ਗੁਰੂ ਕਹਿੰਦਾ। ਇਹ ਸਾਰਾ ਕੁਝ ਜੋ ਕੀਤਾ, ਜੋ ਕੁਝ ਵੀ ਸੰਸਾਰ ਕਰਦਾ ਹੈ। ਦੂਸਰੀ ਗੱਲ ਇੱਥੇ ਡਾਕਟਰ ਸਾਹਿਬ ਸ਼ਾਇਦ ਇਹ ਧਿਆਨ ਦੇਣ ਯੋਗ ਹੈ, ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ
ਬਾਬਾ ਅਮਰਦਾਸ ਜੀ 21 ਸਾਲ ਹਰਿਦੁਆਰ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਜਾਂਦੇ ਰਹੇ ਸਨ, ਗੰਗਾ ਨਾਲ ਜੁੜੇ ਹੋਏ ਸਨ। ਕਿਤੇ ਲੋਕਾਂ ਨੂੰ ਇਹ ਭੁਲੇਖਾ ਨਾ ਲੱਗ ਜਾਏ ਵੀ ਗੁਰੂ ਅਮਰਦਾਸ ਜੀ ਦੀਆਂ ਅਸਥੀਆਂ ਤੇ ਫੁੱਲ ਲੈ ਕੇ ਹਰਿਦੁਆਰ ਜਾਣੇ ਆ। ਗੁਰੂ ਸਾਹਿਬ ਨੇ ਰੋਕ ਦਿੱਤਾ ਇੱਥੇ। ਮੇਰੇ ਵਾਸਤੇ ਹਰੀ ਦਾ ਜਿਹੜਾ ਸਰੋਵਰ, ਇਹ ਸਾਰਾ ਕੁਝ ਜਿਹੜਾ ਇਹ ਹਰੀ ਦਾ ਸਰੋਵਰ ਜਿਹੜਾ ਸਾਧ ਸੰਗਤ ਆ ਉਹਦੇ ਵਿੱਚ ਹੀ ਪਾ ਦਈਏ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਵਾਹਿਗੁਰੂ ਪਰਮਾਤਮਾ ਦੇ ਹੁਕਮ ਦੇ ਵਿੱਚ ਸਤਿਗੁਰੂ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ। ਉਹ ਜਿਹੜਾ ਗੁਰੂ ਹੈ ਉਹ ਪੁਰਖ ਸੁਜਾਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਉਹਦੇ ਵਿੱਚ ਪੂਰਨ ਤੌਰ ਦੇ ਉੱਤੇ ਲੀਨ ਹੋਇਆ। ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸੋਢੀ ਕੁਲ ਦੇ ਭਾਈ ਰਾਮਦਾਸ ਨੂੰ ਗੁਰਿਆਈ ਦੇ ਕੇ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਨਿਸ਼ਾਨ ਹੁੰਦਾ ਪਰਵਾਨਾ, ਰਾਹਦਾਰੀ। ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇ ਕੇ ਗੁਰੂ ਨਾਨਕ ਦੀ ਚੌਥੀ ਜੋਤ ਦੇ ਵਾਰਿਸ ਬਣਾ ਕੇ ਉਹਨਾਂ ਨੂੰ ਸਾਰਿਆਂ ਨੂੰ ਉਹਦੇ ਲੜ ਲਾ ਦਿੱਤਾ। ਇੱਥੇ ਡਾਕਟਰ ਸਾਹਿਬ ਇਹ ਬਹੁਤੀ ਡੀਟੇਲ 'ਚ ਤਾਂ ਆਪਾਂ ਫਿਰ ਗੱਲ ਕਰਾਂਗੇ। ਆਮ ਤੌਰ 'ਤੇ ਇਹ ਗੱਲ ਪ੍ਰਚਲਿਤ ਹੈ ਕਿ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਂ ਜੇਠਾ ਸੀ ਜੀ, ਤੇ ਗੁਰਗੱਦੀ ਤੇ ਬੈਠਣ ਤੋਂ ਬਾਅਦ ਉਹਨਾਂ ਦਾ ਨਾਂ ਰਾਮਦਾਸ ਪ੍ਰਚਲਿਤ ਹੋਇਆ ਜੀ। ਇਹ ਹਵਾਲੇ ਇਹਨਾਂ ਸਹਿਮਤ ਨਹੀਂ। ਇਹ ਹੋ ਸਕਦਾ ਹੈ ਕਿ ਉਹਨਾਂ ਦਾ ਨਾਂ ਬਚਪਨ ਤੋਂ ਹੀ ਰਾਮਦਾਸ ਹੋਏ, ਪਰ ਕਿਉਂਕਿ ਜੇਠਾ ਪੁੱਤਰ ਸੀ ਉਹ ਪਰਿਵਾਰ ਦੇ ਵਿੱਚ, ਉਹਨਾਂ ਜੇਠਾ ਨਾਂ ਪ੍ਰਚਲਿਤ ਹੋ ਗਿਆ ਹੋਵੇ। ਇੱਥੇ ਪਹਿਲੀ ਪੌੜੀ ਦੇ ਵਿੱਚ ਵੀ ਰਾਮਦਾਸ ਦੀ ਗੱਲ ਕੀਤੀ ਆ ਤੇ ਇਸ ਪੌੜੀ ਵਿੱਚ ਵੀ ਰਾਮਦਾਸ ਸੋਢੀ ਤਿਲਕ ਦੀ ਆ। ਇੱਥੇ ਰਾਮਦਾਸ ਜੀ ਦੀ ਗੱਲ ਹੋ ਰਹੀ ਆ ਤੇ ਇਸ ਕਰਕੇ ਇਹ ਵੀ ਭੁਲੇਖਾ ਸਾਨੂੰ ਇੱਕ ਦੂਰ ਕਰ ਲੈਣਾ ਚਾਹੀਦਾ ਹੈ ਕਿ ਇਹ ਨਾਮ ਬਾਅਦ ਵਿੱਚ ਰੱਖਿਆ ਗਿਆ। ਪਹਿਲਾਂ ਜਿਹੜਾ ਤੁਸੀਂ ਆਖਿਆ ਕਿ ਜਿਹੜਾ ਵੱਡਾ ਪੁੱਤਰ ਹੋਵੇ ਜੇਠਾ ਕਹਿ ਲੈਂਦੇ, ਹਾਂ ਜੇਠਾ ਪੁੱਤਰ, ਸ਼ਾਇਦ ਇਸ ਕਰਕੇ ਪ੍ਰਚਲਿਤ ਹੋ ਗਿਆ ਹੋਵੇ। ਪ੍ਰਚਲਿਤ ਹੋ ਗਿਆ। ਉਹਨਾਂ ਦਾ ਨਾਂ ਮਤਲਬ ਬਚਪਨ ਤੋਂ ਹੀ ਰਾਮਦਾਸ ਹੋਏਗਾ। ਇਹਨਾਂ ਤੋਂ ਇਹ ਹਵਾਲਿਆਂ ਤੋਂ ਇਹ ਗੱਲ ਇਸ ਤਰ੍ਹਾਂ ਸਮਝ ਆਉਂਦੀ ਹੈ। ਤੇ ਗੁਰੂ ਅਮਰਦਾਸ ਜੀ ਨੇ ਆਪ ਪ੍ਰਤੱਖ ਹੁੰਦਿਆਂ ਆਪਣੇ ਸਰੀਰ ਦੇ ਵਿੱਚ ਰਹਿੰਦਿਆਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਸਰੀਰ ਛੱਡਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਦੀ ਜੋਤ ਦਾ ਵਾਰਿਸ ਥਾਪ ਦਿੱਤਾ ਤੇ ਸਾਰਿਆਂ ਨੂੰ ਹੀ ਉਹਦੇ ਚਰਨੀ ਲਗਾ ਦਿੱਤਾ। ਇਹ ਸੀ 4 ਪੌੜੀਆਂ, 5ਵੀਂ ਥੋੜ੍ਹੀ ਟੱਚ ਕੀਤੀ ਹੈ ਤੇ ਇੱਕ ਦੋ ਜਿਹੜੇ ਸਵਾਲ ਆਏ ਸਨ ਪਿਛਲੇ ਹਫਤੇ ਦੇ, ਹਾਂਜੀ 5 ਮਿੰਟ ਰਹਿੰਦੇ ਨੇ, ਉਹਨਾਂ ਦੇ ਜਵਾਬ ਦੇਣੇ ਵੀ ਜ਼ਰੂਰੀ ਨੇ। ਸੰਖੇਪ ਦੇ ਵਿੱਚ ਜਿੱਥੇ ਆਪਾਂ ਵਸਦੇ ਹਾਂ, ਜਿਸ ਮੁਲਕ ਦੇ ਵਿੱਚ ਵਸਦੇ ਹਾਂ, ਇੱਥੇ ਕਿਉਂਕਿ ਘਰਾਂ ਦੇ ਵਿੱਚ ਜਗ੍ਹਾ ਥੋੜ੍ਹੀ ਹੁੰਦੀ ਹੈ ਤੇ ਆਮ ਤੌਰ 'ਤੇ ਜਿਹੜਾ ਬਕਸਾ ਜਾਂ ਬੋਡੀ ਆਉਂਦੀ ਹੈ ਕਿ ਗੁਰਦੁਆਰੇ, ਗੁਰੂ ਘਰਾਂ ਦੇ ਵਿੱਚ ਜਿਨ੍ਹਾਂ ਵਿੱਚ ਸੈਪਰੇਟ ਹਾਲ ਬਣੇ ਨੇ, ਉੱਥੇ ਲਿਜਾਣਾ ਬਣਦਾ ਹੈ ਜਾਂ ਨਹੀਂ? ਡਾਕਟਰ ਸਾਹਿਬ ਸਵਾਲ ਆਪਾਂ ਨੂੰ ਪਿਛਲੇ ਹਫਤੇ ਇੱਥੇ ਬੈਠੇ ਆ ਗਿਆ ਸੀਗਾ। ਬਹੁਤੀ ਡੀਟੇਲ ਵਿੱਚ ਤਾਂ ਜਵਾਬ ਗੱਲ ਕਰਾਂਗੇ ਅਗਲੇ ਹਫਤੇ ਆਪਾਂ, ਕਿਉਂਕਿ ਅੱਜ ਆਪਾਂ ਇਸੇ ਕਰਕੇ 4 ਪੌੜੀਆਂ 'ਤੇ ਵਿਚਾਰ ਕੀਤੀ ਹੈ। ਅਗਲੇ ਹਫਤੇ ਸਾਡੇ ਕੋਲ ਸਮਾਂ ਬਚ ਰਹੂਗਾ ਜੀ ਵੀ ਇੱਥੇ, ਕਿਉਂਕਿ ਅਸੀਂ ਇਸ ਦੇਸ਼ 'ਚ ਰਹਿੰਦੇ ਹਾਂ, ਇੱਥੇ ਗੁਰਮਤਿ ਅਨੁਸਾਰ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ। ਸਾਨੂੰ ਇਹ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ਕਿ ਅਸੀਂ ਡੈੱਡ ਬੋਡੀ ਦਾ ਗੁਰਦੁਆਰੇ ਮੱਥਾ ਟਿਕਾਉਣ ਚੱਲੇ ਹਾਂ। ਠੀਕ ਹੈ। ਗੁਰਮਤਿ ਵਿਚਾਰਧਾਰਾ ਦੇ ਮੁਤਾਬਕ, ਗੁਰਮਤਿ ਫਿਲਾਸਫੀ ਦੇ ਮੁਤਾਬਕ, ਜਦੋਂ ਸਰੀਰ ਦੇ ਵਿੱਚੋਂ ਰੂਹ ਉਡਾਰੀ ਮਾਰ ਜਾਂਦੀ ਹੈ, ਉਸ ਤੋਂ ਬਾਅਦ ਆਤਮਾ ਜਿਹੜੀ ਹੈ, ਵਾਹਿਗੁਰੂ ਜਾਣੇ ਗੁਰੂ ਜਾਣੇ ਕਿੱਥੇ ਜਾ ਕੇ ਲੀਨ ਹੋ ਜਾਂਦੀ ਹੈ। ਸੰਸਕਾਰ ਕਰਨ ਵਾਲਾ ਜਿਹੜਾ ਅੰਤਮ ਰਸਮ ਹੈ ਉਹਦੀ, ਉਹ ਸਰੀਰ ਦੀ ਰਸਮ ਹੈ ਤੇ ਉਹ ਮਿੱਟੀ ਹੈ। ਜਿਵੇਂ ਪਿਛਲੇ ਹਫਤੇ ਗੱਲ ਕੀਤੀ ਸੀ ਵੀ ਉਹ 5 ਤੱਤ ਜਿਹੜੇ ਆ ਮਿੱਟੀ 'ਚ ਮਿੱਟੀ ਰਲ ਗਈ ਤੇ ਜੋਤੀ ਵਿੱਚ ਜੋਤ ਰਲ ਗਈ। ਵੀ ਬ੍ਰਹਮ ਗਿਆਨੀ ਜਿਹੜੇ ਸਿਆਣੇ ਲੋਕ ਸੀ ਉਹਨਾਂ ਨੇ ਕਿਹਾ ਕੋਈ ਨਹੀਂ, ਮਰਿਆ ਮੁਰਿਆ ਨਹੀਂ ਕੋਈ ਵੀ, ਇਹ ਚੱਲਦਾ ਪਿਆ, ਚੱਲ ਗਿਆ, ਆਤਮਾ ਤਾਂ ਚਲੇ ਗਈ। ਤੇ ਇਹ ਜਿਹੜੀ ਕਿਉਂਕਿ ਜਿੱਥੋਂ ਆਪਾਂ ਜਿਸ ਭਾਈਚਾਰੇ 'ਚ ਉਹਨਾਂ ਦੇ ਖੋਤ ਹੈ ਕਿ 11 ਦਿਨ ਜੀ 13 ਜਾਂ 13 ਦਿਨ ਆਤਮਾ ਰਹਿੰਦੀ ਹੈ। ਹਾਂ, ਗਰੜ ਪੁਰਾਣ ਦੀ ਜਿਹੜੀ ਗੱਲ ਹੈ ਉਹ ਆਪਾਂ ਅਗਲੇ ਹਫਤੇ ਡਿਟੇਲ 'ਚ ਕਰਾਂਗੇ। ਇਸ ਜਿਹੜੀ ਪੌੜੀ ਆਪਾਂ 5ਵੀਂ ਕੀਤੀ ਆ ਉਹਦੇ ਨਾਲ ਜੋੜ ਕੇ ਵੀ ਪਿੰਡ ਪਤਲ ਕਿਰਿਆ ਦੀਵਾ ਜਿਹੜਾ ਗੁਰਮਤਿ ਅਨੁਸਾਰ 5 ਭੂਤਕ ਸੀ ਜੋ ਵਿੱਚ ਨਿਕਲੇ, ਆਤਮਾ ਗਈ ਗਾਂ, ਉਹ ਪਰਮਾਤਮਾ ਨੂੰ ਪਤਾ ਕਿੱਥੇ ਜਾਣਾ, ਪਰਮਾਤਮਾ ਗੁਰੂ ਤੇ ਜਿਹੜੇ ਮਿੱਟੀ ਰਹਿ ਗਈ ਬਾਕੀ ਉਹ ਸਿਰਫ 5 ਭੂਤਕ ਸੀ। ਉਹ ਜਿਹੜਾ ਸਰੀਰ ਹੈ ਉਹਦੀ ਸੰਭਾਲ ਹੈ। ਅਸੀਂ ਅਕਸਰ ਇੱਥੇ ਜਦੋਂ ਬੰਦੇ ਦੀ ਚੜ੍ਹਾਈ ਕਰਦਾ ਤੇ ਉਹਨੂੰ ਕ੍ਰੇਮਾਟੋਰੀਅਮ ਵਾਲੇ ਜਿਹੜੇ ਮਤਲਬ ਫਿਊਨਰ ਡਾਇਰੈਕਟਰ ਵਾਲੇ ਹੈਗੇ ਆ, ਉਹ ਬੋਡੀ ਆਪਣੇ ਕੋਲ ਰੱਖ ਲੈਂਦੇ ਆ ਤੇ ਫਿਊਨਰ ਵਾਲੇ ਦਿਨ ਜਦੋਂ ਉਹਨਾਂ ਨੂੰ ਅਗਨ ਭੇਟ ਕਰਨਾ ਹੁੰਦਾ ਹੈ, ਉਸ ਦਿਨ ਕੁਝ ਸਮਾਂ ਪਹਿਲਾਂ ਘਰ ਦੇ ਵਿੱਚ ਬੋਡੀ ਆ ਜਾਂਦੀ ਹੈ, ਬਾਕਸ ਖੋਲ੍ਹ ਦਿੰਦਾ ਲੋਕੀ। ਅਸੀਂ ਅੰਤਮ ਦਰਸ਼ਨ ਦੇ ਨਾਂ ਦੇ ਉੱਤੇ ਅਖੀਰ ਵਾਲੀ ਮੂੰਹ ਵੇਖਣ ਵਾਸਤੇ ਅਸੀਂ ਉਹ ਬੋਡੀ ਖੋਲ੍ਹਦੇ ਹਾਂ। ਇਹਦੇ ਲਈ ਸਾਨੂੰ ਇਹ ਚਾਹੀਦਾ ਹੈ ਵੈਸੇ ਵੀ ਘਰਾਂ ਦੇ ਵਿੱਚ ਫੈਸਿਲਿਟੀ ਇੰਨੀ ਨਹੀਂ ਹੁੰਦੀ, ਜਗ੍ਹਾ ਥੋੜ੍ਹੀ ਹੁੰਦੀ ਹੈ, ਇੱਕ ਬੈਰਾਗ ਵਾਲਾ ਮਾਹੌਲ ਹੁੰਦਾ ਹੈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਵਿਸ਼ਵਾਸ ਨਾਲ ਨਹੀਂ ਕਿ ਅਸੀਂ ਇਹਦਾ ਮੱਥਾ ਟਿਕਾਉਣ ਚੱਲੇ ਹਾਂ। ਗੁਰਦੁਆਰਾ ਸਾਹਿਬ ਦੇ ਨਾਲ ਵੱਖਰੇ ਹਾਲ ਦੇ ਵਿੱਚ
ਚਾਹੇ ਉਹ ਕਮਿਊਨਿਟੀ ਹਾਲ ਦੇ ਰੂਪ ਦੇ ਵਿੱਚ ਹੋ ਸਕਦਾ ਹੈ, ਕਮਿਊਨਿਟੀ ਜੇ ਨਹੀਂ ਤਾਂ ਲੰਗਰ ਹਾਲ ਹੁੰਦਾ, ਕਲਾਸਰੂਮ ਦੇ ਰੂਪ ਦੇ ਵਿੱਚ ਵੀ ਕੋਈ ਕਮਰਾ ਹੋ ਸਕਦਾ ਹੈ। ਸਾਨੂੰ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੀ ਫੈਸਿਲਿਟੀ ਬਣਾਉਣੀ ਚਾਹੀਦੀ ਹੈ ਜੀ, ਜਿੱਥੇ ਅਸੀਂ ਇਹੋ ਜਿਹੇ ਜਿਹੜੇ ਸਾਡੇ ਸਮਾਜਿਕ ਸਰੋਕਾਰ ਨੇ ਜਿਹਨਾਂ ਗੱਲਾਂ ਨਾਲ ਉਹ ਜ਼ਰੂਰਤਾਂ ਪੂਰੀਆਂ ਹੁੰਦੀਆਂ ਹੋਣ। ਗੁਰਦੁਆਰਾ ਸਾਹਿਬ ਦੇ ਅੰਦਰ ਟਾਇਲਟਸ ਦੀ ਫੈਸਿਲਿਟੀ ਹੁੰਦੀ ਹੈ, ਚਾਹ ਪਾਣੀ ਦੀ ਫੈਸਿਲਿਟੀ ਹੁੰਦੀ ਹੈ, ਬਾਹਰ ਮੀਂਹ ਕਣੀ ਤੋਂ ਅੰਦਰ ਖੜੇ ਹੋਣ ਦੀ ਫੈਸਿਲਿਟੀ ਹੁੰਦੀ ਹੈ। ਉੱਥੇ ਉਹਦੇ ਜਿਹੜੀ ਅੰਤਮ ਤੌਰ 'ਤੇ ਮੂੰਹ ਵੇਖਣ ਵਾਲੀ ਗੱਲ ਹੈ ਉੱਥੇ ਕਰ ਲਈ ਜਾਏ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਹੀ ਸ਼ਮਸ਼ਾਨ ਘਾਟ ਲਿਜਾ ਕੇ ਕ੍ਰੇਮਾਟੋਰੀਅਮ ਦੇ ਵਿੱਚ ਸੰਸਕਾਰ ਕਰਕੇ ਵਾਪਸ ਉੱਥੇ ਆ ਕੇ ਸਹਿਜ ਪਾਠ ਦਾ ਭੋਗ ਪਾਉਣਾ ਹੁੰਦਾ, ਆਪਾਂ ਸਮਾਗਮ ਕਰਨਾ ਹੁੰਦਾ ਜੀ। ਪਰ ਇਸ ਵਿਸ਼ਵਾਸ ਨਾਲ ਨਹੀਂ, ਗੁਰਦੁਆਰਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਡੈੱਡ ਬੋਡੀ ਨਹੀਂ ਰੱਖਣੀ ਚਾਹੀਦੀ, ਨਹੀਂ ਲੈ ਕੇ ਜਾਣੀ ਚਾਹੀਦੀ, ਅਤੇ ਇਸ ਵਿਸ਼ਵਾਸ ਨਾਲ ਵੀ ਨਹੀਂ ਲੈ ਕੇ ਜਾਣੀ ਚਾਹੀਦੀ ਕਿ ਇਹਦਾ ਮੱਥਾ ਟਿਕਾਉਣਾ ਅਸੀਂ। ਇਹ ਇਸ ਤਰ੍ਹਾਂ ਦਾ ਇਹ ਜਿਹੜਾ ਵਹਿਮ ਹੈ ਇਹ ਗੁਰਮਤ ਦੇ ਵਿੱਚ ਪ੍ਰਵਾਨ ਨਹੀਂ ਹੈ। ਕੀ ਕਰਨਾ ਚਾਹੀਦਾ ਓਵਰਆਲ ਟੋਟਲ, ਉਹਦੀ ਆਪਾਂ ਗੱਲ ਡਿਟੇਲ ਦੇ ਵਿੱਚ ਅਗਲੇ ਹਫਤੇ ਕਰਾਂਗੇ। ਠੀਕ। ਤੇ ਜੇ ਗੁਰਦੁਆਰੇ ਰੱਖ ਲਈ ਜਾਏ ਬੋਡੀ ਤੇ ਮੈਂ ਇਹਦੇ ਵਿੱਚ ਕੋਈ ਗਲਤ ਨਹੀਂ ਸਮਝਦਾ, ਕਿਉਂਕਿ ਜਿਹੜੇ ਗੁਰੂ ਘਰ ਅਮਰੀਕਾ ਵਿੱਚ ਮੈਂ ਦੇਖੀ, ਹਾਂਜੀ, ਫਰੈਜ਼ਨੋ ਗੁਰੂ ਘਰ ਆ, ਹਾਂਜੀ, ਜਗ੍ਹਾ ਬਹੁਤ ਆ, ਉਹਨਾਂ ਨੇ ਕ੍ਰੈਮੇਟੋਰੀਅਮ ਗੁਰੂ ਘਰ ਤੋਂ ਥੋੜੀ ਬੇਸ ਦੇ ਉੱਤੇ ਸਗੋਂ ਉੱਥੇ ਫੈਸਿਲਿਟੀ ਪੈਦਾ ਕੀਤੀ, ਸਭ ਕੁਝ ਉੱਥੇ ਨਹੀਂ। ਇੱਥੇ ਕਈ ਜਗ੍ਹਾ ਦੇ ਉੱਤੇ, ਇੱਥੇ ਇੰਗਲੈਂਡ ਦੇ ਵਿੱਚ ਕਈ ਜਗ੍ਹਾ ਜਿੱਥੇ ਕ੍ਰੇਮਾਟੋਰੀਅਮ ਹੈ ਉਹਦੇ ਨਾਲ ਉਹਨਾਂ ਨੇ ਹਾਲ ਬਣਾਇਆ ਹੋਇਆ, ਉਹ ਜਿਨ੍ਹਾਂ ਨੇ ਮਤਲਬ ਅੰਤਮ ਤੌਰ ਤੇ ਮੂੰਹ ਵੇਖਣਾ ਹੁੰਦਾ ਹੈ, ਉਹ ਉੱਥੇ ਕ੍ਰੇਮਾਟੋਰੀਅਮ ਦੇ ਨਾਲ ਹੀ ਕਮਰਾ ਬਣਿਆ, ਉਹ ਉੱਥੇ ਹੋ ਜਾਂਦਾ ਹੈ। ਲੋੜ ਗੱਲ ਸਿਰਫ ਸਹੂਲਤ ਦੀ ਹੈ। ਆਮ ਤੌਰ 'ਤੇ ਘਰਾਂ ਦੇ ਵਿੱਚ ਉਸ ਸਮੇਂ ਦੇ ਉੱਤੇ ਬਹੁਤ ਸਾਰਾ ਰਸ਼ ਹੁੰਦਾ ਹੈ, ਬਹੁਤ ਸਾਰੇ ਘਰ ਦੇ ਇੱਕ ਪਰਿਵਾਰ ਉਸ ਵੇਲੇ ਸਦਮੇ ਵਿੱਚ ਹੁੰਦਾ ਹੈ, ਅਤੇ ਉਹ ਫੈਸਿਲਿਟੀ ਨਹੀਂ ਹੁੰਦੀ। ਕੁਛ ਮੌਸਮ ਇਹੋ ਜਿਹਾ ਇਸ ਕਰਕੇ ਉਹ ਕਨਵੀਨੀਅੰਟ ਵੀ ਨਹੀਂ ਰਹਿੰਦਾ। ਉਹਦੇ ਲਈ ਕੋਈ ਬਦਲਵਾਂ ਪ੍ਰਬੰਧ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ। ਮੈਂ ਤਾਂ ਇਸ ਵਿਚਾਰ ਦਾ ਡਾਕਟਰ ਸਾਹਿਬ ਵੀ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਨੇ, ਜਿੱਥੇ ਉਹ ਕਥਾ ਕੀਰਤਨ ਦੀਵਾਨ ਸਮਾਗਮ ਵਾਸਤੇ ਨੇ, ਉਹਦੇ ਨਾਲ ਸਾਡੀਆਂ ਸਮਾਜਿਕ ਲੋੜਾਂ ਪੂਰੀਆਂ ਕਰਨ ਵਾਸਤੇ ਵੀ ਹੈ। ਸਾਡਾ ਬੱਚੇ ਦਾ ਜਨਮ ਦਿਨ ਮਨਾਉਣਾ ਤੁਸੀਂ, ਉਹਦੇ ਵਾਸਤੇ ਬਕਾਇਦਾ ਤੌਰ 'ਤੇ ਸਾਡੀਆਂ ਫੈਸਿਲਿਟੀਜ਼ ਜਿਹੜੀਆਂ ਨੇ ਉੱਥੇ ਹੋਣੀਆਂ ਚਾਹੀਦੀਆਂ। ਕੋਈ ਸਾਡਾ ਜਿਹੜਾ ਪਰਿਵਾਰ ਨਾਲ ਸੰਬੰਧਿਤ ਕੋਈ ਫੰਕਸ਼ਨ ਹੈ, ਇੱਕ ਤਾਂ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੌਜੂਦਗੀ ਦੇ ਵਿੱਚ ਅਸੀਂ ਦੀਵਾਨ ਕਰਨਾ, ਸਮਾਗਮ ਕਰਨਾ, ਇੱਕ ਉਹ ਹੈ। ਇੱਕ ਸਾਡਾ ਵੱਖਰਾ ਸੋਸ਼ਲ ਜਿਹੜਾ ਜਿੱਦਾਂ ਦਾ ਸਿੱਖਾਂ ਨੂੰ ਕਰਨਾ, ਕਿਉਂਕਿ ਇਹ ਸਾਨੂੰ ਫੈਸਿਲਿਟੀਆਂ ਪੈਦਾ ਕਰਕੇ ਦੇਣੀਆਂ ਪੈਣੀਆਂ, ਇਹ ਕਰਨੀਆਂ ਪੈਣਗੀਆਂ। ਤਾਂ ਇੱਕ ਇਹਦੇ ਨਾਲ ਇੱਕ ਤਾਂ ਇਹ ਹੈਗਾ ਵੀ ਅਸੀਂ ਆਮ ਸਹਿਜ ਸੁਭਾਈ ਗੁਰਦੁਆਰਾ ਸਾਹਿਬ ਨਾਲ ਜੁੜ ਜਾਵਾਂਗੇ, ਰਾਦਰ ਦਿਨ ਅਸੀਂ ਬਾਹਰ ਹਾਲ ਬੁੱਕ ਕਰਾ ਕੇ ਪਾਰਟੀਆਂ ਕਰੀਏ। ਉਹੋ ਹੀ ਅਸੀਂ ਮਤਲਬ ਚਾਹ ਪਾਣੀ ਜਿਹੜੀ ਹੈਗੀ ਆ ਵੱਖਰੇ ਹਾਲ ਦੇ ਵਿੱਚ ਬੈਠ ਕੇ, ਇੱਥੇ ਕਈ ਗੁਰਦੁਆਰਾ ਸਾਹਿਬ 'ਚ ਬਹੁਤ ਖੂਬਸੂਰਤ ਪ੍ਰਬੰਧ ਕੀਤਾ ਹੋਇਆ। ਇਸ ਤਰ੍ਹਾਂ ਦਾ ਸਾਨੂੰ ਸੋਚ ਲੈਣਾ ਚਾਹੀਦਾ ਆਉਣ ਵਾਲੇ, ਕਿਉਂਕਿ ਅੱਜ ਜੇ ਪ੍ਰੋਗਰਾਮ ਕਰਨ ਦੇ ਜਾਂ ਗੱਲਬਾਤ ਕਰਨ ਦਾ ਮਕਸਦ ਵੀ ਹੈ, ਹਾਂਜੀ, ਕਿ ਬਜਾਏ ਕਿ ਅਸੀਂ ਪੈਸਾ ਫਜ਼ੂਲ ਖਰਾਬ ਕਰਦੇ ਹਾਂ ਬਾਹਰ ਹਾਲ ਕਰਕੇ, ਜੇ ਗੁਰੂ ਘਰ ਦੇ ਵਿੱਚ ਫੈਸਿਲਿਟੀ ਹੋਵੇ, ਜਿਸ ਤਰ੍ਹਾਂ ਤੁਸੀਂ ਆਖਿਆ, ਇੱਕ ਤਾਂ ਆਟੋਮੈਟਿਕਲੀ ਅਸੀਂ ਗੁਰਦੁਆਰੇ ਚਲੇ ਗਏ। ਹਾਂ, ਹੁਣ ਜਿਹੜਾ ਅਸੀਂ ਨਹੀਂ ਗਏ, ਸਿਰਫ ਬੱਚੇ ਵੀ ਚਲੇ ਗਏ। ਹਾਂ, ਹੁਣ ਜੇ ਹੁਣ ਦੂਸਰੇ ਹਾਲ ਦੇ ਵਿੱਚ ਪ੍ਰੋਗਰਾਮ ਆ, ਤਾਂ ਘੱਟੋ ਘੱਟ ਉਹਦੇ ਵਿੱਚੋਂ 70-80% ਤਾਂ ਮੱਥਾ ਟੇਕਣਗੇ, ਸਾਰੇ ਜਾ ਕੇ ਮੱਥਾ ਟੇਕਣ ਜਾਣਗੇ। ਸੋ ਇਹੋ ਜਿਹੀ ਫੈਸਿਲਿਟੀ ਸਾਨੂੰ ਗੁਰੂ ਘਰਾਂ ਨਾਲ ਸੋਸ਼ਲ ਸੈਂਟਰ ਬਣਾਉਣੇ ਪੈਣੇ ਆ। ਨਹੀਂ, ਉਹ ਜਿਹੜੀਆਂ ਆਲਰੇਡੀ ਬਿਲਡਿੰਗਸ ਜਿਹੜੀਆਂ ਵਰਤੋਂ ਨਹੀਂ ਹੁੰਦੀ 5 ਦਿਨ, ਕਈ ਐਸੇ ਹੈਗੇ ਨੇ, ਉਹਨਾਂ ਦੀ ਵਰਤੋਂ ਵਾਸਤੇ ਬਹੁਤ ਸਾਰੇ ਪ੍ਰੋਜੈਕਟਸ ਜਿਹੜੇ ਹੈਗੇ ਆ ਉਹ ਰਨ ਕਰਨ ਦੀ ਲੋੜ ਆ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਬਾਰੇ ਗੱਲ ਵੀ ਕਰਾਂਗੇ ਜੀ, ਜਿਹੜੀ ਆਲਰੇਡੀ ਵਿਚਾਰ ਅਧੀਨ ਨੇ ਗੱਲਾਂ ਸਾਰੀਆਂ। ਅਤੇ ਇਹਦੇ ਨਾਲ ਆਪਾਂ 4 ਪੌੜੀਆਂ ਤੇ ਇੱਕ ਪੌੜੀ 'ਤੇ ਥੋੜ੍ਹੀ ਜਿਹੀ ਟੱਚ ਅਪ ਕੀਤਾ, ਅਤੇ ਅਗਲੇ ਹਫ਼ਤੇ ਜਿਹੜੀ ਕਿ ਰਾਮਗਲੀ ਸੱਧ, ਹਾਂਜੀ, ਜਿਹੜਾ ਅੰਤਿਮ ਸੰਸਕਾਰ ਹੈ, ਇਹਦੇ ਵਾਸਤੇ ਇਹ ਆਪਾਂ ਅਗਲੇ ਹਫ਼ਤੇ ਮੁਕਾਉਣਾ ਹੈ। ਉਸ ਤੋਂ ਬਾਅਦ ਜਿਹੜੇ ਬਾਕੀ ਦੇ ਹੋਰ 3 ਸੰਸਕਾਰ ਨੇ ਉਹਦੇ ਉੱਤੇ ਗੱਲ ਕਰਾਂਗੇ। ਅਤੇ ਅੱਜ ਸਮਾਂ ਆਪਣੇ ਕੋਲ ਇੰਨਾ ਹੀ ਹੈ, ਅਤੇ ਇੱਥੇ ਅਸੀਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।